ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲੈ ਕੇ ਹਾਜ਼ਰ ਹਾਂ ਖਬਰ ਪੜਤਾਲ ਦਾ ਇੱਕ ਖਾਸ ਪ੍ਰੋਗਰਾਮ ਤੇ ਮੈਂ ਹਾਂ ਗਗਨਦੀਪ ਸਿੰਘ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਉੱਤੇ ਉਸ ਮੀਟਿੰਗ ਦੇ ਉੱਤੇ ਚਰਚਾ ਕਰਾਂਗੇ ਜੋ ਬੀਤੀ ਰਾਤ ਤੱਕ ਚੱਲਦੀ ਰਹੀ ਤੇ ਉਮੀਦ ਸੀ ਕਿ ਉਸ ਮੀਟਿੰਗ ਦੇ ਵਿੱਚੋਂ ਫਿਰ ਕਿਤੇ ਉਸੇ ਤਰ੍ਹਾਂ ਦੀ ਗੱਲ ਬਾਹਰ ਨਾ ਆਵੇ ਜਿਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਸੀ। ਪਰ ਆਖਿਰਕਾਰ ਕੋਈ ਸੁੱਖ ਦੀ ਖਬਰ ਦਿੱਲੀ ਪੁਲਿਸ ਦੇ ਵੱਲੋਂ ਆਈ ਤੇ ਕਿਸਾਨਾਂ ਤੇ ਦਿੱਲੀ ਪੁਲਿਸ ਦੇ ਵਿੱਚ 26 जनवरी की परेड ਨੂੰ ਲੈ ਕੇ ਸਹਿਮਤੀ ਬਣ ਗਈ। ਸੋ ਹੁਣ ਆਸ ਕਰਾਂਗੇ ਕਿ ਬੜੀ ਹੀ ਸ਼ਾਨ ਅਤੇ ਅਮਨ ਸ਼ਾਂਤੀ ਦੇ ਨਾਲ ਜਿਹੜੀ 26 ਜਨਵਰੀ ਦੀ ਪਰੇਡ ਹੋ ਕੇ ਵਧੇਗੀ। ਇਸ ਦੇ ਉੱਤੇ ਚਰਚਾ ਕਰਾਂਗੇ ਕਿ ਆਖਿਰਕਾਰ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਤੇ ਸਹਿਮਤੀ ਕਿੱਥੇ ਬਣੀ ਹੈ। ਤੇ ਨਾਲ ਹੀ ਗੁਰਨਾਮ ਸਿੰਘ ਚੁੰਨੀ ਜੋ ਕਿ ਸੀਨੀਅਰ ਕਿਸਾਨ ਆਗੂ ਨੇ ਹਰਿਆਣੇ ਦੇ, ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਕਿਸਾਨਾਂ ਦੇ ਨਾਮ ਜੋ ਹਰਿਆਣੇ ਦੇ ਨੇ। ਉਹਨਾਂ ਨੂੰ ਇੱਕ ਸੁਨੇਹਾ ਉਹਨਾਂ ਨੇ ਦਿੱਤਾ ਕਿ ਖਾਸ ਸੁਨੇਹਾ, ਉਸ ਦੀ ਚਰਚਾ ਕਰਾਂਗੇ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੱਡੀਆਂ ਗੱਲਾਂ ਦੇ ਵਿੱਚ ਘੇਰਿਆ। ਕਿਹੜੀਆਂ ਗੱਲਾਂ ਨਵਜੋਤ ਸਿੱਧੂ ਨੇ ਕੀਤੀਆਂ ਨੇ ਉਸ ਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਕੋਲਕਾਤੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਹੈ, ਨਰਿੰਦਰ ਮੋਦੀ ਹੋਣਾ ਦਾ ਵਿਰੋਧ ਹੋਇਆ ਹੈ। ਕਾਰਨ ਹੈ ਖੇਤੀ ਬਿੱਲ ਜੋ ਆਏ ਨੇ, ਜੋ ਖੇਤੀ ਕਾਨੂੰਨ ਨੇ, ਉਹਨਾਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਉੱਥੇ ਕਰਨਾ ਪਿਆ ਹੈ। ਪੰਜਾਬ ਦੇ ਵਿੱਚ ਵੀ ਭਾਜਪਾ ਆਗੂ ਦਾ ਇੱਕ ਦਾ ਵਿਰੋਧ ਹੋਇਆ, ਜ਼ਬਰਦਸਤ ਵਿਰੋਧ ਹੋਇਆ ਜਿਹੜਾ ਉਹਨੂੰ ਕਹਿ ਸਕਦੇ ਹਾਂ। ਤੇ ਹੋਰ ਵੱਖ-ਵੱਖ ਮਸਲਿਆਂ ਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਡੱਲਾ ਸਾਹਿਬ ਹੁਣਾਂ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਕਿਹੋ ਜਿਹੀ ਲੱਗ ਰਹੀ ਹੈ ਉਹ ਖਬਰ ਜੋ ਬੀਤੀ ਰਾਤ ਆਈ ਜਦੋਂ ਕਿਸਾਨ ਬਾਹਰ ਨਿਕਲਦੇ ਨੇ ਪੁਲਿਸ ਦੇ ਨਾਲ ਮੀਟਿੰਗ ਕਰਕੇ, ਜੋ ਕੁਝ ਕਿਹਾ ਕਿਸਾਨਾਂ ਨੇ, ਉਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਮੈਨੂੰ ਤਾਂ ਇਹ ਲੱਗਦਾ ਸੀ ਕਿ ਅਜਿਹਾ ਹੋਊਗਾ। ਆਪਾਂ ਪਹਿਲਾਂ ਵੀ ਗੱਲ ਕੀਤੀ ਪ੍ਰੋਗਰਾਮ 'ਚ ਕਿ ਦਿੱਲੀ ਪੁਲਿਸ ਨੂੰ ਤਾਂ ਸੁਰੱਖਿਆ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ। ਦਿੱਲੀ ਪੁਲਿਸ ਲੇਟ ਹੋਈ। ਕਿਸਾਨਾਂ ਨੇ ਤਾਂ 3 ਹਫ਼ਤਿਆਂ ਦਾ ਕਹਿ ਰੱਖਿਆ ਸੀ ਕਿ ਅਸੀਂ ਗਣਤੰਤਰ ਦਿਵਸ ਦਾ ਸਮਾਗਮ ਮਨਾਉਣਾ ਹੈ, ਅਸੀਂ ਗਣਤੰਤਰ ਦੀ ਪਰੇਡ ਕੱਢਣੀ ਹੈ, ਅਸੀਂ ਆਪਣੇ ਟਰੈਕਟਰਾਂ 'ਤੇ ਕੌਮੀ ਝੰਡੇ ਲਾਉਣੇ ਨੇ। ਜਿਹੜੀ ਆਜ਼ਾਦੀ ਲਈ ਪੰਜਾਬੀਆਂ ਨੇ ਐਡੀਆਂ ਕੁਰਬਾਨੀਆਂ ਦਿੱਤੀਆਂ, ਉਹੀ ਝੰਡੇ ਟਰੈਕਟਰਾਂ 'ਤੇ ਪੰਜਾਬੀ ਕਿਸਾਨਾਂ ਦੇ, ਦੇਸ਼ ਦੇ ਕਿਸਾਨਾਂ ਦੇ ਟਰੈਕਟਰਾਂ 'ਤੇ ਲੱਗਣੇ ਨੇ, ਕਿਸਾਨੀ ਦੇ ਝੰਡੇ ਵੀ ਲੱਗਣੇ ਨੇ। ਔਰ ਜਦੋਂ ਪੁਲਿਸ ਦੇ ਨਾਲ ਮੀਟਿੰਗ ਕਰਕੇ ਬਾਹਰ ਨਿਕਲੇ ਸਾਰੇ ਕਿਸਾਨ ਆਗੂ, ਇੱਕ ਸੰਤੁਸ਼ਟੀ ਸੀ ਉਹਨਾਂ ਦੇ ਚਿਹਰਿਆਂ 'ਤੇ ਔਰ ਪੁਲਿਸ ਦੇ ਚਿਹਰੇ 'ਤੇ ਵੀ ਸੰਤੁਸ਼ਟੀ ਸੀ। ਦੇਖੋ, ਕਿਤੇ ਨਾ ਕਿਤੇ ਚਿੰਤਾ ਸਰਕਾਰ ਨੂੰ ਵੀ ਸੀ ਗਗਨ, ਸਾਡੀ ਇਸ ਗੱਲ ਦੀ। ਸਰਕਾਰ ਵੀ ਨਹੀਂ ਚਾਹੁੰਦੀ ਕੋਈ ਗੈਰ ਲੋੜੀਂਦਾ ਟਕਰਾਅ ਬਣੇ। ਆਖਰ ਸਰਕਾਰ ਦੇ ਨਾਲ ਜਿਹੜਾ ਵਿਰੋਧ ਹੈ ਕਿਸਾਨਾਂ ਦਾ, ਉਹ ਸਾਡਾ ਅੰਦਰੂਨੀ ਮਸਲਾ ਹੈ। ਜਿੱਥੇ ਸਾਡੇ ਮੁਲਕ ਦੀ ਸੁਰੱਖਿਆ ਦੀ ਗੱਲ ਆ ਗਈ, ਉੱਥੇ ਸਰਕਾਰ, ਕਿਸਾਨ, ਪੁਲਿਸ, ਅਸੀਂ ਸਾਰੇ ਇੱਕੋ ਮੰਚ 'ਤੇ ਹਾਂ। ਕੋਈ ਵੀ ਸਾਡੇ 'ਚੋਂ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਹਿੰਸਾ ਹੋਵੇ, ਕੋਈ ਗੈਰ ਲੋੜੀਂਦੀ ਘਟਨਾ ਵਾਪਰੇ ਔਰ ਸਾਡਾ ਗਣਤੰਤਰ ਦਿਹਾੜਾ ਖਰਾਬ ਹੋਵੇ। ਠੀਕ ਹੈ, ਕਿਸਾਨਾਂ ਨੂੰ ਸਰਕਾਰ ਨਾਲ ਨਾਰਾਜ਼ਗੀ ਹੈ, ਡੈਮੋਕ੍ਰੇਸੀ 'ਚ ਹੱਕ ਹੈ ਸੰਵਿਧਾਨਿਕ ਤਰੀਕੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦਾ, ਅੰਦੋਲਨ ਚਲਾਉਣ ਦਾ। ਉਹ ਕਿਸਾਨ ਅੰਦੋਲਨ ਚਲਾ ਰਹੇ ਨੇ। ਹੁਣ ਦਿੱਲੀ ਪੁਲਿਸ ਵਿੱਚ ਧਿਰ ਬਣ ਗਈ ਸੀ ਕਿ ਅਸੀਂ ਦਿੱਲੀ 'ਚ ਟਰੈਕਟਰ ਨਹੀਂ ਚੱਲਣ ਦੇਣੇ, ਟਰੈਕਟਰਾਂ ਦਾ ਦਾਖਲਾ ਨਹੀਂ ਦਿੱਲੀ 'ਚ ਕਰਨਾ। ਔਰ ਜਦੋਂ ਰਿਪੋਰਟਾਂ ਮਿਲ ਗਈਆਂ ਦਿੱਲੀ ਪੁਲਿਸ ਨੂੰ, ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਆ ਗਈਆਂ ਗਗਨ, ਕਿ ਪੂਰੇ ਮੁਲਕ ਦੇ ਵਿੱਚੋਂ ਟਰੈਕਟਰ ਚੱਲਣੇ ਵੀ ਸ਼ੁਰੂ ਹੋ ਗਏ ਦਿੱਲੀ ਲਈ। ਆ ਪੰਜਾਬ ਤੋਂ ਤਾਂ ਹਜ਼ਾਰਾਂ ਟਰੈਕਟਰ, ਮੈਂ ਕਹੂੰਗਾ ਲੱਖਾਂ ਦੀ ਗਿਣਤੀ 'ਚ ਪੰਜਾਬ 'ਚ ਟਰੈਕਟਰ ਤਿਆਰ ਨੇ। ਹਜ਼ਾਰਾਂ ਟਰੈਕਟਰ ਪੰਜਾਬ ਦੇ ਸੜਕਾਂ 'ਤੇ ਨੇ। ਜਿਹੜੇ ਕੌਮੀ ਸਾਡਾ ਮਾਰਗ ਹੈ, ਅੰਮ੍ਰਿਤਸਰ ਤੋਂ ਜਿਹੜਾ ਸਾਡਾ ਹਾਈਵੇ ਦਿੱਲੀ ਨੂੰ ਜਾਂਦਾ ਹੈ, ਫਿਰੋਜ਼ਪੁਰ ਤੋਂ ਜਿਹੜਾ ਲੁਧਿਆਣੇ 'ਚੋਂ ਮਿਲ ਕੇ ਜਾਂਦਾ ਹੈ, ਜਿਹੜਾ ਬਠਿੰਡੇ ਵਾਲੇ ਪਾਸਿਓਂ ਸਾਡੀ ਸਟੇਟ ਹਾਈਵੇ ਦੀ ਹੈ ਜਿਹੜੀ ਰਾਜਪੁਰੇ ਕੋਲੇ ਜਾ ਕੇ ਮਿਲਦੀ ਹੈ, ਬਠਿੰਡਾ ਰਾਜਪੁਰੇ ਵਾਲੀ ਸੜਕ ਬਰਨਾਲੇ ਵਾਲੇ ਪਾਸਿਓਂ, ਤਿੰਨੇ ਚਾਰੇ ਵੱਡੇ ਰਸਤੇ ਸਾਡੇ, ਰੋਪੜ ਵਾਲੀ ਸੜਕ ਜਿਹੜੀ ਚੰਡੀਗੜ੍ਹ ਆ ਜਾਂਦੀ ਹੈ, ਪੰਜਾਬ 'ਚੋਂ ਦਿੱਲੀ ਜਾਣ ਦੇ ਜਿਹੜੇ ਸਾਰੇ ਰਸਤੇ ਨੇ, ਹਿਮਾਚਲ ਦੇ, ਜੰਮੂ ਕਸ਼ਮੀਰ ਦੇ ਜ਼ਰੀਏ, ਉਹ ਸਾਰੇ ਜਿਹੜਾ ਸਾਡਾ ਕੌਮੀ ਸ਼ਾਹਰਾਹ ਹੈ, ਜਿਹੜਾ ਸਾਡਾ ਸਰਹੰਦ, ਖੰਨਾ, ਰਾਜਪੁਰਾ, ਅੰਬਾਲਾ, ਸ਼ੰਭੂ ਬਾਰਡਰ ਦੇ ਜ਼ਰੀਏ ਪਹੁੰਚਦਾ ਦਿੱਲੀ, ਉਹਦੇ 'ਤੇ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ, ਮੈਂ ਚੰਡੀਗੜ੍ਹੋਂ ਮੁੜਿਆ ਹੁਣੇ ਗਗਨ, ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਜਾ ਰਹੇ ਨੇ। ਤਿਰੰਗੇ ਝੰਡੇ ਲੱਗੇ ਨੇ, ਖੇਤੀ ਦੇ ਝੰਡੇ ਲੱਗੇ ਨੇ। ਮੈਂ ਕਹੂੰਗਾ ਵੀ ਆਪਣੀ ਟੀਮ ਨੂੰ ਕਿ ਉਹ ਨਾਲ ਅਗਰ ਤਸਵੀਰਾਂ ਦਿਖਾ ਸਕਣ ਕਿ ਕਿਵੇਂ ਵੱਖ-ਵੱਖ ਸੜਕਾਂ 'ਤੇ ਟਰੈਕਟਰ ਨੇ ਜਿਹੜੇ ਉਹ ਰਵਾਨਗੀ ਪਾ ਰਹੇ ਨੇ ਦਿੱਲੀ 'ਚ, ਦਿੱਲੀ ਵੱਲ ਨੂੰ, ਔਰ ਰੈਲੀਆਂ ਕੱਢ ਰਹੇ ਨੇ ਪੰਜਾਬ ਦੇ ਵਿੱਚ। ਬੜਾ ਉਤਸ਼ਾਹ ਹੈ ਗਣਤੰਤਰ ਦਿਵਸ ਦੇ ਇਸ ਪਰੇਡ ਨੂੰ ਲੈ ਕੇ, ਕਿਸਾਨਾਂ ਦੀ ਪਰੇਡ ਨੂੰ ਲੈ ਕੇ। ਮੈਨੂੰ ਲੱਗਦਾ ਇਹ ਕਿਸਾਨਾਂ ਨੇ ਨਵਾਂ ਇਤਿਹਾਸ ਬਣਾ ਦੇਣਾ ਸਾਡੇ ਮੁਲਕ 'ਚ। ਅੱਜ ਤੱਕ ਐਡੀ ਵੱਡੀ ਗਿਣਤੀ 'ਚ ਟਰੈਕਟਰ ਕਿਸੇ ਨੇ ਦੇਖੇ ਨਹੀਂ ਹੋਣੇ ਔਰ ਉਹਨਾਂ 'ਤੇ ਕੌਮੀ ਝੰਡੇ 'ਤੇ ਖੇਤੀ ਦੇ ਝੰਡੇ ਲੱਗੇ ਹੋਣੇ ਨੇ। ਗਗਨ, ਮੈਨੂੰ ਲੱਗਦਾ ਇਹ ਦੁਨੀਆ ਦਾ ਇੱਕ ਵੱਖਰਾ ਵਿਸ਼ਵ ਰਿਕਾਰਡ ਬਣੇਗਾ ਜਿਹੜਾ ਛੇਤੀ ਟੁੱਟਣਾ ਨਹੀਂ। ਕਿਉਂਕਿ ਜਿੰਨੇ ਟਰੈਕਟਰ ਇੰਡੀਆ 'ਚ ਨੇ, 137 ਕਰੋੜ ਦੀ ਆਬਾਦੀ ਹੈ ਇੰਡੀਆ ਦੇ ਵਿੱਚ, ਔਰ 70-80% ਲੋਕ ਖੇਤੀਬਾੜੀ ਨਾਲ ਜੁੜੇ ਨੇ ਔਰ ਕਿੰਨੀ ਵੱਡੀ ਗਿਣਤੀ 'ਚ ਲੋਕਾਂ ਕੋਲੇ ਟਰੈਕਟਰ ਨੇ। ਸੋ ਇਸ ਕਰਕੇ ਜਾ ਰਹੇ ਨੇ ਸਾਰੇ ਲੋਕ ਟਰੈਕਟਰ ਲੈ ਕੇ
ਔਰ ਦਿੱਲੀ ਪੁਲਿਸ ਨੂੰ ਪਤਾ ਸੀ ਕਿ ਜਿੱਡੀ ਵੱਡੀ ਗਿਣਤੀ 'ਚ ਟਰੈਕਟਰ ਆ ਰਹੇ ਨੇ, ਅਗਰ ਅਸੀਂ ਬੈਰੀਕੇਡ ਲਾਵਾਂਗੇ, ਬੈਰੀਕੇਡ ਤਾਂ ਮਨੋਹਰ ਲਾਲ ਖੱਟੜ ਉਹਨਾਂ ਦੀ ਪੁਲਿਸ ਨੇ ਵੀ ਲਾ ਕੇ ਦੇਖ ਲਏ ਸੀ। ਇਸ ਕਰਕੇ ਉਹ ਦਿੱਲੀ ਪੁਲਿਸ ਕੋਲੇ ਉਹ ਤਜਰਬਾ ਹੈ। ਸੋ ਬੜੀ ਸਿਆਣੀ ਗੱਲ ਕੀਤੀ ਦਿੱਲੀ ਦੀ ਪੁਲਿਸ ਨੇ ਕਿ ਕਿਸਾਨਾਂ ਦੇ ਨਾਲ ਸਮਝੌਤੇ ਵਾਲੀ ਸਥਿਤੀ ਬਣ ਗਈ ਔਰ ਕਿਸਾਨ ਵੀ ਸੰਤੁਸ਼ਟ ਨੇ, ਦਿੱਲੀ ਪੁਲਿਸ ਵੀ ਸੰਤੁਸ਼ਟ ਹੈ। ਕੁਝ ਰੂਟਾਂ 'ਚ ਤਬਦੀਲੀ ਹੈ। ਆਊਟਰ ਰਿੰਗ ਰੋਡ ਦੇ ਉੱਤੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਕੱਢਣਾ ਹੈ ਗਣਤੰਤਰ ਪਰੇਡ, ਤੇ ਕੁਝ ਰੂਟਾਂ 'ਚ ਤਬਦੀਲੀ ਹੈ ਜਿਹੜੀ ਸਹਿਮਤੀ ਬਣ ਗਈ ਕਿਸਾਨਾਂ ਦੀ ਔਰ ਦਿੱਲੀ ਪੁਲਿਸ ਦੀ। ਔਰ ਕਿਸਾਨ ਆਗੂਆਂ ਨੇ ਐਲਾਨ ਵੀ ਕਰਤਾ ਕਿ ਸਾਰੇ ਕਿਸਾਨਾਂ ਨੂੰ ਰੂਟ ਦੱਸਿਆ ਜਾਊਗਾ ਔਰ ਸ਼ਾਂਤੀਪੂਰਵਕ ਸਾਰੇ ਕਿਸਾਨਾਂ ਨੇ ਜਾਣਾ ਹੈ, ਕੋਈ ਹੁੱਲੜਬਾਜ਼ੀ ਨਹੀਂ ਕਰਨੀ। ਹਰ ਕਿਸੇ ਨੇ ਕਿਸਾਨ ਅੰਦੋਲਨ ਦੇ ਜ਼ਾਬਤੇ 'ਚ ਰਹਿਣਾ ਹੈ, ਕਿਸੇ ਤਰ੍ਹਾਂ ਦਾ ਭੜਕਾਊ ਭਾਸ਼ਣ ਨਹੀਂ ਹੋਣਾ ਚਾਹੀਦਾ ਔਰ ਮੁਹੱਬਤ ਨਾਲ ਸਾਰਿਆਂ ਨੇ ਅੱਗੇ ਜਾਣਾ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਟਰੈਕਟਰ ਦਿੱਲੀ ਆ ਰਹੇ ਨੇ ਜਾਂ ਪਰੇਡ 'ਚ ਸ਼ਾਮਲ ਹੋਣਗੇ, ਉਹ ਕਿਸਾਨਾਂ ਦੀ ਹਾਲਤ ਨੂੰ ਦਿਖਾਉਂਦੀਆਂ ਝਾਕੀਆਂ ਅਗਰ ਪੇਸ਼ ਕਰ ਸਕਣ ਤੇ ਉਹ ਕਰਨ। ਹਾਲਾਂਕਿ ਪੰਜਾਬ ਤੋਂ ਕਾਫੀ ਵੱਡੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ ਜਾ ਰਹੇ ਨੇ। ਕਈ ਟਰੈਕਟਰ ਤਾਂ ਗਗਨ ਇਹੋ ਜਿਹੇ ਵੀ ਮੈਂ ਦੇਖੇ, ਉਹਨਾਂ ਨੇ ਟਰੈਕਟਰ ਤੇ ਹੀ ਕੌਮੀ ਝੰਡੇ ਦੇ ਰੰਗ ਕਰਤੇ ਤਿੰਨ। ਦੇਖੋ ਕਿੰਨਾ ਸੋਹਣਾ ਲੱਗਦਾ ਜੀ ਟਰੈਕਟਰ, ਕੌਮੀ ਝੰਡੇ ਦੇ ਤਿੰਨੇ ਰੰਗ ਉਹਦੇ ਤੇ ਬਣੇ ਹੋਏ। ਸੋ ਇਹ ਬੜੇ ਪ੍ਰੇਰਨਾਦਾਇਕ ਟਰੈਕਟਰ ਲੈ ਕੇ ਜਾ ਰਹੇ ਨੇ। ਔਰ ਮੈਂ ਇੱਕ ਚੀਜ਼ ਹੋਰ ਦੇਖੀ ਹੈ, ਸਾਡੇ ਪੁਰਾਣੇ ਟਰੈਕਟਰ ਗਗਨ, ਜਿਹੜੇ ਟਰੈਕਟਰ ਸਾਡੇ ਬਜ਼ੁਰਗ ਹੋ ਜਾਂਦੇ ਸੀ ਨਾ ਵੀ ਆਪਾਂ ਮੋਟਰ ਵਾਲੇ ਕਮਰੇ ਜਾਂ ਤੂੜੀ ਵਾਲੇ ਕਮਰੇ ਦੇ ਬਾਹਰ ਲਾ ਦਿੰਦੇ ਸੀ, ਉਹ ਵੀ ਟਰੈਕਟਰ ਕਿਸਾਨਾਂ ਨੇ ਰੰਗ ਰੁੰਗ ਕਰਕੇ, ਨਾਭੀ ਲਾਲ ਪੀਲੇ ਰੰਗ ਕਰਕੇ, ਟਾਇਰ ਟੂਰ ਘਸਾ ਕੇ, ਪਾਲਿਸ਼ਾਂ ਪੁਲਿਸ਼ਾਂ ਲਾ ਕੇ ਲਿਸ਼ਕਾ ਲਏ। ਕਿਉਂਕਿ ਗਣਤੰਤਰ ਦਿਵਸ ਦਾ ਸਮਾਗਮ ਹੈ, ਅੰਦੋਲਨ ਵੀ ਹੈ, ਗਣਤੰਤਰ ਦੀ ਖੁਸ਼ੀ ਵੀ ਹੈ। ਔਰ ਕਿਸਾਨ ਪੁਰਾਣੇ ਟਰੈਕਟਰ, ਮੈਂ ਕਈ ਦੇਖੇ ਕਿ ਟਰੈਕਟਰਾਂ ਦੇ ਨਾਲ ਟਰਾਲੀ, ਤੇ ਟਰਾਲੀ 'ਚ ਵੀ ਟਰੈਕਟਰ ਲੱਦਿਆ ਹੋਇਆ, ਕਿਉਂਕਿ ਮੈਨੂੰ ਲੱਗਦਾ ਉੱਥੇ ਜਾ ਕੇ ਇਹਨਾਂ ਨੇ ਲਾ ਲੈਣਾ ਦਿੱਲੀ, ਕਿਤੇ ਨੁਮਾਇਸ਼ ਲਈ ਰੱਖ ਦੇਣਗੇ ਕਿਸਾਨ। ਸੋ ਇਹ ਬੜੀਆਂ ਵੱਖਰੀਆਂ ਤਸਵੀਰਾਂ ਨੇ ਜਿਹੜੀਆਂ ਸਾਨੂੰ ਉਹ ਵੇਖਣ ਨੂੰ ਮਿਲ ਰਹੀਆਂ ਨੇ। ਔਰ ਜਿਸ ਕਰਕੇ ਮੈਂ ਕਹਿ ਸਕਦਾ ਕਿ ਇਹ ਜਿਹੜਾ ਗਣਤੰਤਰ ਪਰੇਡ ਹੈ ਇਹ ਬੜੀ ਇਤਿਹਾਸਿਕ ਔਰ ਯਾਦਗਾਰੀ ਬਣੂਗੀ ਔਰ ਅਮਨੋ ਅਮਾਨ ਤੇ ਸ਼ਾਂਤੀ ਦੇ ਨਾਲ ਨਿਬੜੇਗੀ। ਔਰ ਲਗਭਗ 100 ਕਿਲੋਮੀਟਰ ਦਿੱਲੀ 'ਚ ਪਰੇਡ ਚੱਲ ਸਕਦੀ ਹੈ। ਜੋਗਿੰਦਰ ਯਾਦਵ ਉਹਨਾਂ ਦਾ ਬਿਆਨ ਆਇਆ ਸੀ, ਉਹ ਕਹਿੰਦੇ ਪੁਲਿਸ ਰਾਜੀ ਹੋ ਗਈ ਹੈ ਕਿ ਅਸੀਂ ਬੈਰੀਕੇਡ ਹਟਾਵਾਂਗੇ। ਸੋ ਇਹ ਤਾਂ ਹਟਾਉਣੇ ਹੀ ਪੈਣੇ ਸੀ ਪੁਲਿਸ ਨੂੰ। ਸੋ ਪੁਲਿਸ ਜਦੋਂ ਬੈਰੀਕੇਡ ਹਟਾ ਦੇਗੀ ਤੇ ਸਮਝੌਤਾ ਹੋ ਗਿਆ ਇੱਕ ਤਰੀਕੇ ਨਾਲ, ਤੇ ਪੁਲਿਸ ਹੁਣ ਸੁਰੱਖਿਆ ਵੀ ਦੇਗੀ ਕਿਸਾਨਾਂ ਨੂੰ ਔਰ ਕਿਸਾਨਾਂ ਨੇ ਆਪਣੇ ਵਲੰਟੀਅਰਸ ਦੀਆਂ ਡਿਊਟੀਆਂ ਲਾਈਆਂ। ਸੋ ਇਹ ਮੈਨੂੰ ਲੱਗਦਾ ਹੈ ਇੱਕ ਹਾਂ ਪੱਖੀ ਕੰਮ ਜਿਹੜਾ ਹੋ ਗਿਆ। ਸੋ ਗਣਤੰਤਰ ਦਿਵਸ ਹੈ ਜਿਹੜਾ ਹੁਣ ਉਹ ਚੰਗੇ ਪਾਸੇ ਨੂੰ ਜਾ ਕੇ ਸੰਪੂਰਨ ਹੋਊਗਾ। ਬਿਲਕੁਲ। ਸੋ 26 ਜਨਵਰੀ ਦੇ ਉੱਤੇ ਜਿਸ ਤਰ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਵੱਖਰੇ ਤੌਰ ਤੇ ਉੱਤੇ ਜਿਹੜਾ ਗਣਤੰਤਰ ਦਿਵਸ ਮਨਾਵਾਂਗੇ, ਸੋ ਉਸ ਨੂੰ ਲੈ ਕੇ ਜਦੋਂ ਦਿੱਲੀ ਪੁਲਿਸ ਦੀ ਮਨਜ਼ੂਰੀ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਸਭ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸਭ ਦੇ ਰਿਐਕਟ ਵੇਖ ਰਹੇ ਸੀ, ਸੋ ਕਿਤੇ ਨਾ ਕਿਤੇ ਸਭ ਨੂੰ ਇਸ ਫੈਸਲੇ ਤੋਂ ਬਾਅਦ ਖੁਸ਼ੀ ਜ਼ਰੂਰ ਹੋਈ ਹੈ। ਮੈਂ ਤਾਂ ਕਹਿੰਦਾ ਸੁਣਾ ਵੀ ਦਿਓ ਲੋਕਾਂ ਦਾ ਚਾਅ ਕਿੰਨਾ ਇਸ ਟਰੈਕਟਰ ਰੈਲੀ ਨੂੰ ਲੈ ਕੇ, ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ। ਜੀ, ਪਿੰਡੂ ਸੰਘਰਸ਼ ਕਮੇਟੀ ਦੇ ਸਹਿਯੋਗ ਦੇ ਨਾਲ, ਸਾਰੇ ਪਿੰਡਾਂ ਦੇ ਸਹਿਯੋਗ ਦੇ ਨਾਲ, ਮੋਹਾਲੀ ਦੇ ਵੀ ਪਿੰਡ ਆਏ ਹੋਏ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਟਰੈਕਟਰ ਰੈਲੀ ਜੋ ਕਿ ਇੱਕ ਰਿਹਰਸਲ ਦੇ ਤੌਰ ਤੇ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਹਰਿਆਣੇ ਦੀ ਰਾਜਧਾਨੀ ਹੈ ਉਹਦੇ ਵਿੱਚ ਕਰ ਰਹੇ ਹਾਂ ਜੀ। ਭਾਲੇ ਜੀ ਬਹੁਤ ਜੋਸ਼ ਹੈ ਜੀ। ਤੁਸੀਂ ਦੇਖੋ ਵੀ ਇਹ ਜਿਹੜੇ ਚੰਡੀਗੜ੍ਹ ਦੇ ਸ਼ਹਿਰ ਦੇ ਪਿੰਡ ਨੇ ਜੀ, ਬਾਕੀ ਤੁਸੀਂ ਪੰਜਾਬ ਦੇ ਹਰਿਆਣੇ ਦੇ ਅਦਰ ਸਟੇਟ ਦੇ ਹੋਰ ਪਿੰਡਾਂ ਵਿੱਚ ਜਨੂਨ ਦੇਖੋ ਕਿੰਨਾ ਹੈ, ਜਿਹੜੇ ਕਿ ਪੰਜਾਬ ਕੱਲ ਤੋਂ ਚਾਲਾ ਪਾਇਆ ਹੋਇਆ 26 ਤੱਕ, ਤੇ 500 ਦੇ ਟਰੈਕਟਰ ਸਾਡਾ ਵੀ ਕੱਲ ਚੰਡੀਗੜ੍ਹ ਤੋਂ ਦਿੱਲੀ ਵੱਲ ਨੂੰ ਕੁਝ ਬਿਲਕੁਲ ਜਿਹੜੇ ਵੀ ਆਪਣੇ ਮੂਤਰ ਬੰਦੇ ਨੇ, ਕਿਸਾਨ ਭਾਈਚਾਰਾ, ਉਹਨਾਂ ਨੇ ਬੜੇ ਬੰਦੇ ਨੇ ਡਿਊਟੀਆਂ ਲਾਈਆਂ ਹੋਈਆਂ, ਸਾਰੇ ਬੰਦੇ ਉੱਥੇ ਤੈਨਾਤ ਨੇ ਵੀ ਕੋਈ 19-21 ਨਾ ਹੋਵੇ। ਤੇ ਇਸ ਦੇ ਨਾਲ ਹੀ ਡੱਲਾ 'ਚ ਇੱਕ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ, ਜੋ ਹਰਿਆਣੇ ਦੇ ਵੱਡੇ ਆਗੂ ਨੇ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੀ ਜਿਹੜੇ ਆਗੂ ਨੇ, ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਹਰਿਆਣੇ ਦੇ ਕਿਸਾਨਾਂ ਦੇ ਨਾਮ। ਉਹਨਾਂ ਦਾ ਕਹਿਣਾ ਸੀ ਕਿ ਹਰਿਆਣੇ ਦੇ ਵਿੱਚ ਕਿਸੇ ਵੀ ਜਿੱਥੇ ਸਰਕਾਰੀ ਤੌਰ ਦੇ ਉੱਤੇ ਚਾਹੇ ਕੋਈ ਵਿਧਾਇਕ ਪਹੁੰਚਦਾ, ਚਾਹੇ ਭਾਜਪਾ ਦਾ ਜਾਂ ਕਿਸੇ ਗੈਰ ਭਾਜਪਾ ਕਿਸੇ ਵੀ ਪਾਰਟੀ ਦਾ, ਜੇਕਰ ਗਣਤੰਤਰ ਦਿਹਾੜਾ ਮਨਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਨਾ, ਕਿਉਂਕਿ ਇਹ ਦੇਸ਼ ਦਾ ਸਮਾਗਮ ਹੈ। ਇਹਨੂੰ ਕਿਤੇ ਇਹ ਪੰਜਾਬ 'ਚ ਵੀ ਮੈਨੂੰ ਲੱਗਦਾ ਕਿ ਇਹ ਗੱਲ ਲਾਗੂ ਹੋ ਜਾਣੀ ਚਾਹੀਦੀ ਹੈ। ਕਿਸਾਨਾਂ ਨੂੰ ਇਹ ਖੁਦ ਇੱਕ ਜ਼ਾਬਤਾ ਬਣਾ ਲੈਣਾ ਚਾਹੀਦਾ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਕਿਸੇ ਵੀ ਮੰਤਰੀ ਦਾ, ਕਿਸੇ ਵੀ ਸਰਕਾਰੀ ਸਮਾਗਮ ਦਾ ਬਾਈਕਾਟ ਨਾ ਕੀਤਾ ਜਾਵੇ, ਕਿਉਂਕਿ ਸਾਡਾ ਕੌਮੀ ਝੰਡਾ ਉੱਥੇ ਲਹਿਰਾ ਰਿਹਾ ਹੋਣਾ। ਹਰ ਉਸ ਸਮਾਗਮ ਨੂੰ ਇੱਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਿੱਥੇ ਸਾਡਾ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ। ਔਰ ਗਣਤੰਤਰ ਦਿਹਾੜੇ ਵਾਲੇ ਦਿਨ ਕਿਸਾਨ ਅਗਰ ਕਿਸੇ ਦਾ ਬਾਈਕਾਟ ਨਾ ਕਰਨ, ਪੰਜਾਬ 'ਚ ਵੀ ਤੇ ਬਾਹਰ ਵੀ, ਤੇ ਇਹ ਬੜੀ ਚੰਗੀ ਗੱਲ ਹੈ। ਔਰ ਇਹਦੇ ਨਾਲ ਜਿਹੜੇ ਕਿਸਾਨ ਅੰਦੋਲਨ ਦੀ ਜਿਹੜੀ ਮਹੱਤਤਾ ਹੈ ਉਹ ਹੋਰ ਵੱਧ ਜਾਏਗੀ। ਔਰ ਜਿਹੜੇ ਲੋਕ ਉਂਗਲਾਂ ਚੱਕ ਰਹੇ ਸੀਗੇ, ਪਹਿਲੀ ਗੱਲ ਤਾਂ ਉਹਨਾਂ ਨੇ ਆਪਣੀਆਂ ਉਂਗਲਾਂ ਵਾਪਸ ਘੁੱਟ ਲਈਆਂ, ਉਹ ਸਮਝ ਗਏ ਵੀ ਅਸੀਂ ਗਲਤ ਸੀ। ਜੀ। ਔਰ ਹੁਣ ਵੀ ਕੋਈ ਅਜਿਹੀ ਗੱਲ ਨਾ ਹੋਵੇ ਜਿਹਦੇ ਨਾਲ
ਉਹ ਦੁਬਾਰਾ ਆਪਣੀ ਮੁੱਠੀ ਖੋਲ ਕੇ ਉਂਗਲਾਂ ਕਰਨ ਬਾਰੇ ਸੋਚਣ। ਔਰ ਜਿਹੜੀ ਚਡੂਨੀ ਸਾਹਿਬ ਨੇ ਬਿਆਨ ਦਿੱਤਾ, ਮੈਂ ਬੜੀ ਇੱਜ਼ਤ ਕਰਦਾ ਇਸ ਬਿਆਨ ਦੀ ਜੀ। ਦੇਖੋ ਉਹਨਾਂ ਨੇ ਸਾਰੇ ਹਰਿਆਣੇ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ, ਇੱਕ ਤਰੀਕੇ ਨਾਲ ਉਹ ਵੱਡੇ ਲੀਡਰ ਨੇ ਚਡੂਨੀ ਸਾਹਿਬ, ਕਿਸਾਨ ਜਿਹੜਾ ਮੋਰਚਾ ਉਹਦੇ ਵੀ ਮੈਂਬਰ ਨੇ। ਸੋ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਇਹ ਜ਼ਾਬਤੇ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਕੋਈ ਵੀ ਸਰਕਾਰੀ ਸਮਾਗਮ ਹੈ 26 ਜਨਵਰੀ ਨੂੰ ਉਹਦਾ ਬਾਈਕਾਟ ਨਾ ਕੀਤਾ ਜਾਵੇ, ਭਾਵੇਂ ਮੰਤਰੀ ਨੇ, ਭਾਵੇਂ ਜ਼ਿਲ੍ਹਾ ਪੱਧਰ ਦੇ ਉੱਤੇ ਸਮਾਗਮ ਹੋ ਰਹੇ ਨੇ, ਭਾਵੇਂ ਅਫਸਰ ਨੇ। ਸੋ ਗਣਤੰਤਰ ਦਿਵਸ ਤੇ ਕਿਸੇ ਵੀ ਸਮਾਗਮ ਦਾ ਬਾਈਕਾਟ ਨਾ ਹੋਵੇ, ਉੱਥੇ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਨਾ ਹੋਵੇ। ਕਿਸਾਨ ਆਪਣੀ ਟਰੈਕਟਰ ਰੈਲੀ ਗਣਤੰਤਰ ਦਿਵਸ ਦੀ ਪਰੇਡ ਕੱਢ ਸਕਦੇ ਨੇ, ਉਹ ਤਾਂ ਉਹਨਾਂ ਨੇ ਕਿਹਾ ਹੀ ਹੈ ਕਿ ਤੁਸੀਂ ਕੌਮੀ ਰਾਜਧਾਨੀ 'ਚ ਵੀ ਕਰੋ, ਜ਼ਿਲ੍ਹਾ ਪੱਧਰ ਤੇ ਵੀ ਕਰ ਸਕਦੇ ਹੋ ਜੇ ਤੁਸੀਂ ਦਿੱਲੀ ਨਹੀਂ ਆਉਣਾ। ਸੋ ਚਡੂਨੀ ਉਹਨਾਂ ਦੀ ਗੱਲ ਵੀ ਮੈਂ ਕਹਿੰਦਾ ਜ਼ਰੂਰ ਸੁਣਾ ਦਿਓ ਜੀ। साथियों, 26 जनवरी बहुत नज़दीक आ गई है। मैं आपको संदेश देना चाहता हूं क्योंकि कई जगह से फ़ोन आ रहे हैं, लोगों में थोड़ा कन्फ्यूज़न है कि 26 जनवरी को कई जगह का प्रोग्राम नेता लोग कर रहे हैं, सर जो मंत्री हैं वो लोग कई जगह झंडा फहरा रहे हैं। तो मैं बेनती करना चाहूँगा कि 26 जनवरी पे किसी मंत्री का, किसी राजनेता का विरोध हरियाणा में नहीं करना है, क्योंकि ये राष्ट्रीय त्यौहार है और इसके विरोध से कई जगह कोई गलत मैसेज जा सकता है। इसलिए मैं अनुरोध करना चाहूँगा कि हरियाणा में कहीं भी अगर कहीं कोई मंत्री या कोई राजनेता झंडा फहराने के लिए आता है तो उसका हमने विरोध नहीं करना है। ਸੋ ਗੁਰਨਾਮ ਸਿੰਘ ਚਡੂਨੀ ਉਹਨਾਂ ਦੀ ਤੁਸੀਂ ਗੱਲ ਸੁਣੀ ਹੈ, ਗਗਨ ਸਾਰਿਆਂ ਨੇ ਸੁਣੀ ਹੈ। ਔਰ ਦੇਖੋ ਪਹਿਲਾਂ ਨਾ ਬੜਾ ਵਿਰੋਧ ਸੀਗਾ ਹਰਿਆਣੇ 'ਚ, ਮੈਂ ਦੇਖਿਆ ਇੱਕ ਵਾਰੀ ਮਨੋਹਰ ਲਾਲ ਖੱਟੜ ਉਹਨਾਂ ਦਾ ਸਮਾਗਮ ਸੀ, ਉਹ ਵੀ ਨਹੀਂ ਸੀ ਜਾ ਸਕੇ। ਸੋ ਕਈ ਜਗ੍ਹਾ ਦੇ ਉੱਤੇ ਹਰਿਆਣੇ 'ਚ ਅਗਰ ਕੋਈ ਸਮਾਗਮ ਹੁੰਦਾ ਸੀ ਤੇ ਕਿਸਾਨ ਲਗਾਤਾਰ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਸੀ, ਔਰ ਸਰਕਾਰੀ ਮੰਤਰੀਆਂ ਦੇ, ਵਿਧਾਇਕਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਉਹਨਾਂ ਨੂੰ ਡਰ ਰਹਿੰਦਾ ਸੀ ਵੀ ਕਿਤੇ ਕਿਸਾਨ ਆ ਕੇ ਸਾਡਾ ਵਿਰੋਧ ਨਾ ਕਰ ਦੇਣ। ਦੇਖੋ ਪੰਜਾਬ 'ਚ ਵੀ ਕਾਫੀ ਵਿਰੋਧ ਹੈ ਜਿਹੜਾ ਉਹ ਲੀਡਰਾਂ ਦਾ, ਖਾਸ ਤੌਰ ਤੇ ਬੀਜੇਪੀ ਦੇ ਲੀਡਰਾਂ ਦਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਜੀ। ਬਿਲਕੁਲ। ਤੇ ਨਾਲ ਹੀ ਡੱਲਾ ਜੀ, ਹੁਣ ਜੇ ਸਿਆਸਤ ਦੇ ਵੱਲ ਮੁੜੀਏ ਤਾਂ ਨਵਜੋਤ ਸਿੰਘ ਸਿੱਧੂ ਫਿਰ ਚਰਚਾਵਾਂ ਦੇ ਵਿੱਚ ਇਸ ਕਰਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਰਹੇ ਨੇ ਤੇ ਟਵੀਟ ਅਜਿਹੇ ਨੇ ਜਿਨ੍ਹਾਂ ਟਵੀਟਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁੰਦੀ ਹੈ, ਚਾਹੇ ਉਹ ਤੇਲ ਦੀਆਂ ਕੀਮਤਾਂ ਨੇ ਜਾਂ ਵੱਖੋ ਵੱਖਰੇ ਤਰ੍ਹਾਂ ਦੇ ਟਵੀਟ ਹੁੰਦੇ ਨੇ। ਹੁਣ ਜਿਹੜਾ ਟਵੀਟ ਨਵਜੋਤ ਸਿੰਘ ਸਿੱਧੂ ਦਾ ਆਇਆ ਉਹਨੂੰ ਲੈ ਕੇ ਚਰਚਾਵਾਂ ਬਹੁਤ ਨੇ, ਕਿਉਂਕਿ ਇੱਕ ਫੋਟੋ ਉਹਨਾਂ ਨਾਲ ਨਸ਼ਰ ਕੀਤੀ ਹੈ ਜਿਸ ਫੋਟੋ ਦੇ ਵਿੱਚ ਵੱਖੋ ਵੱਖਰੀਆਂ ਟਿੱਪਣੀਆਂ ਨੇ। ਉਹਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਦੇਖੋ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਹੀ ਕਿਸਾਨ ਮੰਗਾਂ ਨੂੰ ਲੈ ਕੇ ਬੜੇ ਗੰਭੀਰ ਨੇ। ਉਹਨਾਂ ਨੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਦੀ ਮੌਜੂਦਗੀ 'ਚ ਕਿਹਾ ਸੀ ਕਿ ਪੰਜਾਬ ਨੂੰ ਆਪਣੇ ਖੇਤੀ ਕਾਨੂੰਨ ਬਣਾ ਲੈਣੇ ਚਾਹੀਦੇ ਨੇ। ਇਹ ਜ਼ਰੂਰਤ ਵੀ ਹੈ, ਵਕਤ ਵੀ ਹੈ ਕਿ ਪੰਜਾਬ ਦੇ ਆਪਣੇ ਖੇਤੀ ਕਾਨੂੰਨ ਬਣੇ ਹੋਣ ਤਾਂ ਕਿ ਅਸੀਂ ਆਪਣੀਆਂ ਜਿਨਸਾਂ ਨੂੰ ਆਪ ਉਹਦਾ ਮੰਡੀਕਰਨ ਕਰੀਏ, ਉਹਦੀ ਮਾਰਕੀਟਿੰਗ ਕਰੀਏ, ਉਹਦਾ ਬਾਜ਼ਾਰੀਕਰਨ ਕਰੀਏ, ਉਹਦਾ ਭੰਡਾਰੀਕਰਨ ਕਰੀਏ ਤੇ ਉਹਦੇ ਨਾਲ ਅਸੀਂ ਆਪਣਾ ਆਰਥਿਕ ਸਥਿਤੀਆਂ ਮਜ਼ਬੂਤ ਕਰੀਏ। ਪਰ ਫਿਲਹਾਲ ਕਿਉਂਕਿ ਖਰੀਦ ਕੇਂਦਰ ਵੱਲੋਂ ਕੀਤੀ ਜਾਂਦੀ ਹੈ ਤੇ ਸੂਬਾ ਜ਼ਿਆਦਾ ਯੋਗਦਾਨ ਨਹੀਂ ਪਾ ਰਿਹਾ, ਫਿਲਹਾਲ ਮੰਗ ਕੇਂਦਰ ਦੇ ਪ੍ਰਤੀ ਹੈ। ਉਹਦੇ 'ਚ ਵੀ ਸਿੱਧੂ ਲਗਾਤਾਰ ਕਹਿ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ, ਔਰ ਕੇਂਦਰ ਸਰਕਾਰ ਤੇ ਦੇਖੋ ਡੈਮੋਕ੍ਰੇਸੀ ਹੈ, ਸਾਰਿਆਂ ਨੂੰ ਆਜ਼ਾਦੀ ਹੈ। ਅਗਰ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਕਾਨੂੰਨ ਫਾਇਦੇਮੰਦ ਨੇ, ਅਗਰ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਮੋਦੀ ਸਾਹਿਬ ਦੇ ਰਾਜ 'ਚ ਮੁਲਕ ਨੇ ਤਰੱਕੀ ਕੀਤੀ ਹੈ, ਮੋਦੀ ਸਾਹਿਬ ਦੇ ਰਾਜ 'ਚ ਕਈ ਵੱਡੇ ਫੈਸਲੇ ਹੋਏ ਨੇ, ਧਾਰਾ 370 ਹਟਾਈ ਗਈ ਹੈ, ਪਾਕਿਸਤਾਨ ਦੇ ਖਿਲਾਫ ਭਾਰਤ ਮਜ਼ਬੂਤ ਹੋਇਆ ਹੈ, ਵੈਕਸੀਨ ਬਣਾ ਲਈ ਮੋਦੀ ਸਾਹਿਬ ਦੇ ਰਾਜ 'ਚ ਬੜੀ ਤੇਜ਼ੀ ਨਾਲ ਸਾਡੇ ਵਿਗਿਆਨਕਾਂ ਨੇ, ਪਰਮਾਣੂ ਪ੍ਰੀਖਣ ਕਈ ਤਰ੍ਹਾਂ ਦੇ ਹੋਏ ਨੇ, ਰਾਫੇਲ ਵਰਗੇ ਜਹਾਜ਼ ਸਾਡੇ ਮੁਲਕ ਦੀ ਸੁਰੱਖਿਆ 'ਚ ਆ ਗਏ ਨੇ। ਇਹ ਵੀ ਗੱਲਾਂ ਹੁੰਦੀਆਂ ਨੇ ਕਿ ਭਾਰਤ ਹੁਣ ਦੂਸਰੇ ਮੁਲਕਾਂ ਨੂੰ ਹਥਿਆਰ ਵੀ ਵੇਚੇਗਾ, ਆਉਣ ਵਾਲੇ ਸਮੇਂ 'ਚ ਮਿਜ਼ਾਈਲਾਂ, ਟੈਂਕ ਵੀ ਵੇਚ ਸਕਦਾ ਭਾਰਤ। ਮਤਲਬ ਕਿ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਆਰਥਿਕ ਤਰੱਕੀ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ, ਪਰ ਚੁਣੌਤੀਆਂ ਵੀ ਨੇ ਮੋਦੀ ਸਾਹਿਬ ਨੂੰ। ਹੁਣ ਸਿੱਧੂ ਨੇ ਫੇਰ ਉਹ ਸਾਹਮਣੇ ਲਿਆਤੀਆਂ। ਇਸ ਪਾਸੇ ਵੀ ਬੀਜੇਪੀ ਦੇ ਲੀਡਰਾਂ ਨੂੰ ਸੋਚਣਾ ਚਾਹੀਦਾ। ਦੇਖੋ ਸਿੱਧੂ ਨੇ ਜਿਹੜੀ ਗੱਲ ਪੋਸਟਰ ਦੇ ਰੂਪ 'ਚ ਜਾਰੀ ਕੀਤੀ ਹੈ ਨਾ, ਉਹ ਬਹੁਤ ਵੱਡੀ ਹੈ। ਇੱਕ ਪੋਸਟਰ ਹੈ ਸਿੱਧੂ ਦਾ, ਮੇਰੇ ਹੱਥ 'ਚ ਹੈ। ਸਿੱਧੂ ਕਹਿੰਦਾ ਕਈ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਪੈਸੇ ਪੂਸੇ ਟਰਾਂਸਫਰ ਕਰਦੀਆਂ ਨੇ। ਅੱਜ ਕੱਲ੍ਹ ਲੋਕ ਮੋਬਾਈਲ ਤੋਂ ਪੈਸੇ ਟਰਾਂਸਫਰ ਕਰ ਦਿੰਦੇ ਨੇ, ਉਹ ਪ੍ਰੋਫਿਟ 'ਚ ਚੱਲ ਰਹੀਆਂ ਨੇ ਸਾਡੇ ਮੁਲਕ 'ਚ। SBI ਵਰਗੇ ਬੈਂਕਾਂ ਦਾ ਮੁਨਾਫਾ ਡਿੱਗ ਰਿਹਾ, ਉਹ ਘਾਟੇ 'ਚ ਕਿਉਂ ਚੱਲ ਰਹੇ ਨੇ? ਦੇਖੋ ਸਿੱਧੂ ਦੀ ਗੱਲ ਤਾਂ ਇਹ ਵੀ ਠੀਕ ਹੈ, ਸਿੱਧੂ ਦੀ ਕੀ ਸਾਰਿਆਂ ਦੀ ਗੱਲ ਹੀ ਹੈ। ਤਾਂ ਡਾਲਰ ਮਜ਼ਬੂਤ ਹੋਈ ਜਾਂਦਾ ਜੀ, ਰੁਪਈਆ ਡਿੱਗੀ ਜਾਂਦਾ। ਬਿਲਕੁਲ ਹੈ ਜੀ, ਜੇਬ 'ਚ ਪਏ ਰੁਪਈਏ ਦੀ ਕੀਮਤ ਘਟ ਜਾਂਦੀ। ਕਿਉਂਕਿ ਕੈਨੇਡਾ ਦਾ ਡਾਲਰ ਮੈਨੂੰ ਪਤਾ ਲੱਗਿਆ 58-59 ਦੇ ਕਰੀਬ ਪਹੁੰਚ ਗਿਆ। ਹੋ ਸਕਦਾ 59 ਹੋ ਹੀ ਗਿਆ ਹੋਵੇ ਜਾਂ ਟੱਪ ਗਿਆ ਹੋਵੇ ਜਾਂ ਮਾੜਾ ਜਿਹਾ ਫਿਰ ਮੁੜਿਆ ਹੋਵੇ। ਆਸਟ੍ਰੇਲੀਆ ਦਾ ਡਾਲਰ ਰੁਪਈਏ ਦੇ ਮੁਕਾਬਲੇ ਮਜ਼ਬੂਤ ਹੋ ਗਿਆ।
ਅਮਰੀਕਨ ਡਾਲਰ ਦੇਖੋ 72 73 74 ਤੱਕ ਪੁੱਜ ਜਾਂਦੇ ਨੇ। ਜੀ ਸੋ ਇਹ ਵੀ ਗੱਲ ਸੋਚਣ ਵਾਲੀ ਹੈ, ਜੇ ਸਾਡੇ ਮੁਲਕ ਦੀ ਇਕਨੋਮੀ ਮਜ਼ਬੂਤ ਹੋ ਰਹੀ ਹੈ, ਜੇ ਭਾਰਤ ਵਿਕਾਸ ਕਰ ਰਿਹਾ ਬੜੀ ਤੇਜ਼ੀ ਨਾਲ, ਤਰੱਕੀ ਐਡੀ ਵੱਡੀ ਹੋ ਰਹੀ ਹੈ ਜੇ ਸਾਡੇ ਮੁਲਕ 'ਚ, ਫਿਰ ਰੁਪਈਆ ਕਮਜ਼ੋਰ ਕਿਉਂ ਹੋ ਰਿਹਾ? ਰੁਪਈਏ ਨੂੰ ਵੀ ਮਾੜਾ ਮੋਟਾ ਪਾਣੀ ਪੂਣੀ ਦਿਓ, ਤਕੜਾ ਹੋਵੇ। ਬਿਲਕੁਲ ਹੈ ਜੀ, ਝੋਨੇ ਵਾਲੇ ਖੇਤ 'ਚ ਹੀ ਲੈ ਜਾਓ ਰੁਪਈਏ ਨੂੰ। ਜੀ ਝੋਨੇ ਵਾਲੇ ਖੇਤ 'ਚ ਮਤਲਬ ਕਿ ਖੇਤੀਬਾੜੀ ਮਜ਼ਬੂਤ ਕਰੋ, ਰੁਪਈਆ ਖੇਤੀ ਦੇ ਨਾਲ ਜੁੜੂਗਾ ਤੇ ਆਪਣੇ ਆਪ ਮਜ਼ਬੂਤ ਹੋਊਗਾ। ਬਾਹਰ ਭੇਜੀਏ ਅਸੀਂ ਆਪਣੇ ਮੁਲਕ ਦੀਆਂ ਜਿਨਸਾਂ, ਸਰਕਾਰ ਇਸ ਪਾਸੇ ਦਵੇ ਧਿਆਨ। ਸੋ ਸਰਕਾਰੀ ਤੇਲ ਕੰਪਨੀਆਂ ਕਹਿੰਦੇ ਹਜੇ ਵੀ ਉਹਨਾਂ ਦਾ ਮੁਨਾਫਾ ਘਟੀ ਜਾਂਦਾ, ਪ੍ਰਾਈਵੇਟ ਵਾਲਿਆਂ ਦਾ ਕਹਿੰਦੇ ਮੁਨਾਫਾ ਪਤਾ ਨਹੀਂ ਕਿਵੇਂ ਵਧੀ ਜਾਂਦਾ, ਪਤਾ ਨਹੀਂ ਕਿੱਥੋਂ ਲਿਆਉਂਦੇ ਤੇਲ ਉਹ ਗਗਨ, ਪ੍ਰਾਈਵੇਟ ਵਾਲੇ ਕਿਤੋਂ ਵੱਖਰਾ ਲਿਆਉਂਦੇ ਤੇਲ। ਨਹੀਂ ਤੇਲ ਉੱਥੇ ਹੀ ਆਉਂਦਾ ਹਾਂ, ਸੋ ਇਹ ਦੇਖੋ ਹੈਰਾਨੀ ਵਾਲੀ ਗੱਲ ਹੈ ਨਾ ਜੀ, ਵੀ ਪ੍ਰਾਈਵੇਟ ਤੇਲ ਕੰਪਨੀਆਂ ਦਾ ਮੁਨਾਫਾ ਕਮਾਈ ਜਾ ਰਹੀਆਂ, ਸਰਕਾਰੀ ਦਾ ਮੁਨਾਫਾ ਘਟੀ ਜਾ ਰਿਹਾ। ਫਿਰ ਦੇਖੋ ਪ੍ਰਾਈਵੇਟ ਟੈਲੀਫੋਨ ਕੰਪਨੀਆਂ ਨੇ, ਆ ਦੇਖੋ ਆ ਪ੍ਰਾਈਵੇਟ ਵਾਲੀਆਂ, ਮੇਰੇ ਕੋਲ ਤਾਂ ਸਰਕਾਰੀ ਨੰਬਰ ਵੀ ਹੈ ਇੱਕ, BSNL ਦਾ ਵੀ ਹੈ ਇੱਕ, ਜਿਹੜੀਆਂ ਪ੍ਰਾਈਵੇਟ ਟੈਲੀਫੋਨ ਕੰਪਨੀਆਂ ਨੇ ਉਹ ਦੇਖੋ ਕਿੱਡਾ ਕਿੱਡਾ ਪ੍ਰੋਫਿਟ ਕਮਾਈ ਜਾਂਦੀਆਂ ਜੀ। ਬਿਲਕੁਲ ਤੇ ਆ ਸਰਕਾਰੀ BSNL ਸਾਡਾ ਰੋਜ਼ ਕਮਜ਼ੋਰ ਹੋਈ ਜਾਂਦਾ। ਬਿਲਕੁਲ BSNL ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜੇ BSNL ਦਾ ਟੈਲੀਫੋਨ ਵੀ ਖਰਾਬ ਹੋ ਜੇ ਤੇ ਰੱਬ ਸੁੱਖ ਹੀ ਰੱਖੇ, ਪਤਾ ਨਹੀਂ ਕਿੱਦਣ ਠੀਕ ਕਰਨ ਵਾਲਾ ਆਊਗਾ। ਬਿਲਕੁਲ ਮਿੰਨਤਾਂ ਕਰਦੇ ਰਹਿ ਜਾਂਦੇ ਆ ਕਈ ਵਾਰੀ ਤਾਂ ਵੀ ਆ ਜਾਓ ਭਾਈ, ਆ ਜਾਓ ਆ ਜਾਓ। ਹੁਣ ਉਹੀ ਗੱਲ ਉਹਨਾਂ ਨੇ ਕਹੀ ਆ ਵੀ ਸਰਕਾਰੀ ਟੈਲੀਫੋਨ ਕੰਪਨੀ ਚੱਲ ਨਹੀਂ ਰਹੀ, ਪ੍ਰਾਈਵੇਟ ਵਾਲੇ ਚਲਾਈ ਜਾਂਦੇ ਨੇ, ਪਤਾ ਨਹੀਂ ਕਿਹੜਾ ਜਾਦੂ ਕਰਦੇ ਪ੍ਰਾਈਵੇਟ ਵਾਲੇ। ਜੀ ਤੇ NTPC ਇਹ ਵੀ ਸਾਡੀ ਸਰਕਾਰੀ ਬਿਜਲੀ ਕੰਪਨੀ ਹੈ, ਲੈ ਇਹਦਾ ਪ੍ਰੋਫਿਟ ਘਟੀ ਜਾਂਦਾ। ਆ ਪੰਜਾਬ 'ਚ ਦੇਖ ਲਓ, ਸਰਕਾਰੀ ਥਰਮਲ ਪਲਾਂਟ ਸਾਡਾ ਬੰਦ ਹੀ ਕਰਨਾ ਪੈ ਗਿਆ, ਜੀ ਪ੍ਰਾਈਵੇਟ ਵਾਲੇ ਐਡੀ ਮਹਿੰਗੀ ਬਿਜਲੀ ਵੇਚੀ ਜਾਂਦੇ ਨੇ, ਉਹ ਪਤਾ ਨਹੀਂ ਕਿੱਥੋਂ ਬਣਾਈ ਜਾਂਦੇ। ਘੋਲਾ ਵੀ ਇੱਥੋਂ ਹੀ ਮਿਲਣਾ ਸਾਡੇ ਮੁਲਕ 'ਚੋਂ, ਫਿਰ ਸਰਕਾਰੀ ਚੀਜ਼ ਕਿਉਂ ਨਹੀਂ ਚੱਲਦੀ? ਇਹੀ ਬੱਸਾਂ ਵਾਲੀ ਗੱਲ ਹੈ। ਆ ਸਰਕਾਰੀ ਬੱਸਾਂ ਦੇਖ ਲਓ ਖੜਕੀਆਂ ਪਈਆਂ, ਜੀ ਆ ਪ੍ਰਾਈਵੇਟ ਵਾਲੇ ਐਨ ਸਵੇਰੇ ਹੀ ਧੋ ਕੇ ਲਿਆਉਂਦੇ ਆ, ਜੀ ਐ ਸਾਫ ਸੁਥਰੀਆਂ ਲਿਸ਼ਕਾਟੇ ਮਾਰਦੀਆਂ ਨੇ। ਹੁਣ ਇਹ ਗੱਲ ਨਹੀਂ ਸਮਝ ਆਉਂਦੀ ਜੀ ਫਿਰ ਵੀ ਸਰਕਾਰੀ ਸਾਡੇ ਅਦਾਰੇ, ਸਰਕਾਰੀ ਮਹਿਕਮੇ, ਸਰਕਾਰੀ ਕੰਪਨੀਆਂ ਘਾਟੇ 'ਚ ਕਿਉਂ ਜਾ ਰਹੀਆਂ ਨੇ? FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਕਹਿੰਦੇ 3-4 ਲੱਖ ਕਰੋੜ ਦੇ ਘਾਟੇ 'ਚ ਆ ਗਈ। ਆ ਸਾਡਾ ਸਰਕਾਰੀ ਸੂਬਾ ਘਾਟੇ ਜਾਈ ਜਾਂਦਾ, ਸਾਡਾ ਸਰਕਾਰੀ ਸ਼ਰਾਬ ਦਾ ਕੰਮ ਮੁਨਾਫਾ ਘਟੀ ਜਾਂਦਾ, ਪ੍ਰਾਈਵੇਟ ਸ਼ਰਾਬ ਵੇਚਣ ਵਾਲੇ ਅਮੀਰ ਹੋਈ ਜਾਂਦੇ, ਸਰਕਾਰੀ ਰੇਤੇ ਦਾ ਸਾਨੂੰ ਪ੍ਰੋਫਿਟ ਨਹੀਂ ਉੱਡਾ ਆ ਰਿਹਾ, ਰੇਤਾ ਵੇਚਣ ਵਾਲੇ ਵੱਡੇ ਵੱਡੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ ਖਰੀਦੀ ਜਾਂਦੇ। ਜੀ ਸੋ ਇਸ ਕਰਕੇ ਹੁਣ ਸਿੱਧੂ ਨੇ ਉਹੀ ਗੱਲ ਕਹੀ ਹੈ ਵੀ ਅਗਰ ਮੋਦੀ ਸਾਹਿਬ ਐਡਾ ਵਿਕਾਸ ਹੋਈ ਜਾਂਦਾ ਮੁਲਕ ਦਾ, ਸਰਕਾਰੀ ਤੰਤਰ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ? ਹੁਣ ਦੇਖੋ ਮੰਤਰੀ ਸਰਕਾਰ ਦੇ ਮੋਦੀ ਸਾਹਿਬ ਨੇ, ਹੈ ਗਗਨ ਜੀ। ਜੀ ਸੋ ਇਸ ਕਰਕੇ ਸਿੱਧੂ ਨੇ ਇਹ ਸਵਾਲਾਤ ਚੱਕੇ ਨੇ। ਜ਼ਰੂਰ ਮੈਨੂੰ ਲੱਗਦਾ ਮੋਦੀ ਸਾਹਿਬ ਦੀ ਕੋਸ਼ਿਸ਼ ਤਾਂ ਹੈਗੀ ਆ ਵੀ ਆਪਾਂ ਸਰਕਾਰੀ ਕੰਮ ਚਲਾਈਏ ਸਾਰੇ, ਪਰ ਪਤਾ ਨਹੀਂ ਕਦੋਂ ਇਹ ਸਾਨੂੰ ਨਤੀਜੇ ਆਉਣਗੇ ਵੀ ਸਾਡੀਆਂ ਸਰਕਾਰੀ ਕੰਪਨੀਆਂ ਅਮੀਰ ਹੋ ਗਈਆਂ। ਇਹ ਸਰਕਾਰੀ ਕੰਪਨੀਆਂ ਅਮੀਰ ਹੋ ਜਾਣਗੀਆਂ ਤੇ ਫਿਰ ਅਸੀਂ ਕਿਸੇ ਦਿਨ ਗਗਨ ਸ਼ਾਮ ਨੂੰ ਥਾਲੀਆਂ ਵਜਾ ਦਾਂਗੇ। ਬਿਲਕੁਲ ਇਸ ਇੰਤਜ਼ਾਰ 'ਚ ਰਹਿੰਦੇ ਹਾਂ ਜੀ। ਤੇ ਡਰਾ ਜੀ ਇਸ ਦੇ ਨਾਲ ਹੀ ਜਿਹੜੀ ਪਾਰਟੀ ਦੇ ਕਈ ਆਗੂਆਂ ਦੇ ਬਿਆਨ ਆਏ ਸੀ ਕਿ ਇਹ ਜਿਹੜਾ ਅੰਦੋਲਨ ਹੈ ਸਿਰਫ ਪੰਜਾਬ ਦਾ ਹੈ, ਜਾਂ ਅੰਦੋਲਨ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਸਿਰਫ ਹਰਿਆਣੇ ਦੇ ਕਿਸਾਨਾਂ ਦਾ ਹੈ, ਪਰ ਜਦੋਂ ਕਲਕੱਤੇ ਦੇ ਵਿੱਚ ਉਸ ਪਾਰਟੀ ਦੇ ਸਭ ਤੋਂ ਵੱਡੇ ਆਗੂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇ ਉਹ ਵੀ ਕਿਸਾਨੀ ਅੰਦੋਲਨ ਦੇ ਕਰਕੇ, ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਇੰਨੀ ਦੂਰ ਪਤਾ ਪੰਜਾਬ ਤੋਂ ਬਹੁਤ ਦੂਰ ਆ। ਦੇਖੋ ਪੱਛਮੀ ਬੰਗਾਲ 'ਚ ਵੀ ਚੋਣਾਂ ਨੇ ਬਹੁਤ ਜਲਦ, ਜੀ ਔਰ ਪਿੱਛੇ ਜੇ ਭਾਰਤੀ ਜਨਤਾ ਪਾਰਟੀ ਨੇ ਇੱਕ ਸਿਆਸੀ ਪੱਤਾ ਵੀ ਖੇਡਿਆ ਸੀ ਕਿ ਪੱਛਮੀ ਬੰਗਾਲ ਦੀ ਸਰਕਾਰ ਅੜਿੱਕਾ ਬਣ ਰਹੀ ਹੈ, ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੀ ਯੋਜਨਾ ਦਾ ਪੈਸਾ ਹੈ, ਮਾਨ ਤਾਨ ਯੋਜਨਾ ਉਹਨੂੰ ਕਹਿੰਦੇ ਹਨ, ਮਾਨ ਤਾਨ, ਜਿਵੇਂ ਆਪਣੇ ਪੰਜਾਬੀ 'ਚ ਲੋਕ ਕਹਿ ਦਿੰਦੇ ਵੀ ਕੁਝ ਸਰਕਾਰੀ ਡਾਕੀਆ ਚਿੱਠੀ ਦੇਣ ਆਇਆ ਹੋਵੇ ਤੇ ਲੋਕ ਕਹਿ ਦਿੰਦੇ ਵੀ ਇਹਦਾ ਮਾਨ ਤਾਨ ਕਰੋ ਜੀ, ਖੁਸ਼ਖਬਰੀ ਲੈ ਕੇ ਆਇਆ ਡਾਕੀਆ। ਤੇ ਸਾਡੇ ਜੇ ਬਿਜਲੀ ਦਾ ਮੀਟਰ ਸੜ ਜੇ ਠੀਕ ਕਰਨ ਵਾਲਾ ਜੇਈ ਆਇਆ ਹੋਵੇ ਤੇ ਕਈ ਵਾਰੀ ਤਾਂ ਦੋਸਤ ਮਿੱਤਰ ਹੀ ਕਹਿ ਦਿੰਦੇ ਵੀ ਜੇਈ ਸਾਹਿਬ ਦਾ ਮਾਨ ਤਾਨ ਕਰੋ ਜੀ, ਤੇ ਕਈ ਜੇਈ ਇਹੋ ਜਿਹੇ ਹੁੰਦੇ ਨੇ ਉਹ ਆਪ ਹੀ ਕਹਿ ਦਿੰਦੇ ਨੇ ਵੀ ਸਾਡਾ ਮਾਨ ਤਾਨ ਕਰੋ ਜੀ ਤਾਂ ਮੀਟਰ ਚੱਲੂ। ਸੋ ਇਹ ਮਾਨ ਤਾਨ ਸਕੀਮ ਹੈ ਜਿਹੜੀ, ਉਹਦੇ 'ਚ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਜਾਣਾ ਮਾਨ ਤਾਨ ਸਕੀਮ 'ਚ। ਇੱਕ ਤਾਂ ਮਾਨ ਤਾਨ ਚੰਗਾ ਹੁੰਦਾ, ਇੱਕ ਕਰਪਸ਼ਨ ਵਾਲਾ ਹੁੰਦਾ, ਉਹਦਾ ਮੈਂ ਵਿਰੋਧੀ ਹਾਂ। ਜਿਹੜਾ ਚੰਗਾ ਮਾਨ ਤਾਨ ਹੈ ਉਹ ਤਾਂ ਹੋਣਾ ਹੀ ਚਾਹੀਦਾ। ਹੁਣ ਮਾਨ ਤਾਨ ਸਕੀਮ 'ਚ ਕਹਿੰਦੇ ਪੈਸਾ ਨਹੀਂ ਜਾ ਪਾ ਰਿਹਾ, ਵੀ ਜਿਹੜੀ ਮਮਤਾ ਬਨਰਜੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਉਹ ਜਿਹੜੇ ਕਿਸਾਨ ਨੇ ਲਾਭਪਾਤਰੀ ਉਹਨਾਂ ਦੀਆਂ ਸੂਚੀਆਂ ਵੈਰੀਫਾਈ ਨਹੀਂ ਕਰ ਰਹੀਆਂ, ਉਹ ਤਸਦੀਕ ਕਰਨੀਆਂ ਹੁੰਦੀਆਂ ਸੂਬੇ ਦੀ ਸਰਕਾਰ ਨੇ। ਤੇ ਬੀਬੀ ਮਮਤਾ ਬਨਰਜੀ ਕਹਿੰਦੀ ਕਿ ਇਹ ਸਾਰੀ ਯੋਜਨਾ 'ਚ ਪ੍ਰਧਾਨ ਮੰਤਰੀ ਸਾਹਿਬ ਦਾ ਨਾਮ ਹਾਈਲਾਈਟ ਹੋ ਰਿਹਾ, ਸੂਬੇ ਦਾ ਕਿਉਂ ਨਹੀਂ ਹੋ ਰਿਹਾ? ਦੇਖੋ ਗੱਲ ਉਹਨਾਂ ਦੀ ਵੀ ਜਾਇਜ਼ ਹੈ। ਦੇਖੋ ਪੰਜਾਬ 'ਚ ਕਿੱਡਾ ਰੌਲਾ ਪਿਆ ਸੀ, ਜਿਹੜੀ ਆਟਾ ਦਾਲ ਸਕੀਮ ਸੀ, ਜਿਹੜੇ ਨੀਲੇ ਕਾਰਡ ਬਣੇ ਸੀ, ਹੁਣ ਉਹ ਸਕੀਮ ਤਾਂ ਕੇਂਦਰ ਵੀ ਮਦਦ ਕਰਦਾ ਉਹ 'ਚ,
ਕੇਂਦਰ ਵੀ ਸਾਡਾ ਹੀ ਹੈ, ਸੂਬੇ ਦੇ ਪਾਸੇ ਕੇਂਦਰ ਕੋਲੇ ਜਾਂਦੇ ਨੇ, ਫਿਰ ਕੇਂਦਰ ਤੋਂ ਫਿਰ ਸੂਬਿਆਂ 'ਚ ਆਉਂਦੇ ਨੇ। ਹੁਣ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ 'ਚ ਆਟਾ ਦਾਲ ਸਕੀਮ ਵੰਡਿਆ ਜਾਂਦਾ ਹੈ, ਉਹ 'ਚ ਕਹਿੰਦੇ ਨੀਲੇ ਕਾਰਡ ਤੇ ਬਾਦਲ ਸਾਹਿਬ ਦੀ ਫੋਟੋ ਹੀ ਕਿਉਂ ਲਾਈ ਹੈ। ਦੇਖਿਆ ਜਾਵੇ ਤਾਂ ਬਾਦਲ ਸਾਹਿਬ ਦੀ ਫੋਟੋ ਦੇ ਨਾਲ ਉਹਦੇ ਤੇ ਮਨਮੋਹਨ ਸਿੰਘ ਦੀ ਵੀ ਲੱਗ ਸਕਦੀ ਸੀ, ਕਿਉਂਕਿ ਉਹ ਪ੍ਰਧਾਨ ਮੰਤਰੀ ਸੀ। ਹੁਣ ਐਂ ਸੂਬੇ ਕਹਿੰਦੇ ਨੇ ਕਿ ਜਿਹੜਾ ਇਹ ਮਾਨ ਧਨ ਯੋਜਨਾ ਹੈ, ਜਨ ਧਨ ਜਾਂ ਮਾਨ ਧਨ ਯੋਜਨਾ, ਜਿਹ 'ਚ ਪੈਸਾ ਜਾਂਦਾ ਹੈ ਕਿਸਾਨਾਂ ਦੇ ਖਾਤਿਆਂ 'ਚ, ਉਹਦੇ ਤੇ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਦੀ ਪ੍ਰਸਿੱਧੀ ਹੁੰਦੀ, ਸੂਬੇ ਦੇ ਮੁੱਖ ਮੰਤਰੀ ਦੀ ਕਿਉਂ ਨਹੀਂ? ਦੇਖੋ ਹੋਣਾ ਤਾਂ ਚਾਹੀਦਾ, ਕਿਉਂਕਿ ਕੇਂਦਰ ਜਿਹੜਾ ਪੈਸਾ ਖਾਤਿਆਂ 'ਚ ਪਾ ਰਿਹਾ ਉਹ ਸੂਬਿਆਂ 'ਚੋਂ ਹੀ ਟੈਕਸਾਂ ਦੇ ਰੂਪ 'ਚ ਜਾ ਰਿਹਾ ਨਾ ਜੀ। ਇਸ ਕਰਕੇ ਅਗਰ ਪ੍ਰਧਾਨ ਮੰਤਰੀ ਦੀ ਉਹ ਯੋਜਨਾ ਹੈ ਤੇ ਇਹ ਦੱਸਿਆ ਜਾਣਾ ਚਾਹੀਦਾ ਵੀ ਇਹ ਸੂਬਿਆਂ ਦਾ ਵੀ ਪੈਸਾ ਹੈ, ਇਹ 'ਚ ਇਕੱਲਾ ਪ੍ਰਧਾਨ ਮੰਤਰੀ ਦੀ ਯੋਜਨਾ ਨਹੀਂ, ਇਹ ਲੋਕਾਂ ਦਾ ਹੀ ਇਕੱਠਾ ਹੋਇਆ ਪੈਸਾ ਹੈ, ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਇਕੱਠਾ ਹੋਇਆ ਪੈਸਾ ਨਹੀਂ। ਐਂ ਇੰਦਰਾ ਗਾਂਧੀ ਦੇ ਰਾਜ 'ਚ ਬਹੁਤ ਸਾਰੀਆਂ ਸਕੀਮਾਂ ਇੰਦਰਾ ਗਾਂਧੀ ਦੇ ਨਾਂ ਤੇ ਚੱਲਦੀਆਂ ਸੀ, ਲੋਕਾਂ ਨੂੰ ਲੱਗਦਾ ਹੀ ਸ਼ਾਇਦ ਇੰਦਰਾ ਗਾਂਧੀ ਹੋਈ ਕਰਦੀ ਹੈ, ਉਹ ਕਰਦੇ ਹੁੰਦੇ ਸਾਡੇ ਵਰਗੇ ਆਮ ਲੋਕ ਸਾਰੇ ਜਿਹੜੇ ਟੈਕਸ ਕਟਾਉਂਦੇ ਆ। ਫਿਰ ਕਈ ਸਕੀਮਾਂ ਸੀ, ਲੋਕਾਂ ਨੂੰ ਲੱਗਦਾ ਸੀ ਵੀ ਮਨਮੋਹਨ ਸਿੰਘ ਹੁਣੀ ਕਰਦੇ ਆ, ਉਹ ਵੀ ਕਰਦੇ, ਅਸੀਂ ਸਾਰੇ ਹੀ ਹੁੰਨੇ ਆ। ਜਿਵੇਂ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਪੈਸਾ, ਲੋਕਾਂ ਨੂੰ ਲੱਗਦਾ ਬਾਦਲ ਸਾਹਿਬ ਹੀ ਦੇ ਗਏ ਮੁਫਤ ਬਿਜਲੀ, ਉਹ 'ਚ ਵੀ ਸਾਡੇ ਹੀ ਪੈਸੇ ਲੱਗੇ ਹੋਏ ਨੇ ਸਾਰਿਆਂ ਦੇ ਟੈਕਸਾਂ 'ਚ। ਸੋ ਸਰਕਾਰ ਜਿਹੜੀਆਂ ਵੀ ਯੋਜਨਾਵਾਂ ਲਿਆਉਂਦੀ ਹੈ, ਭਾਵੇਂ ਮੁਫਤ ਐਂਬੂਲੈਂਸ ਹੈ, ਉਹ ਲੋਕਾਂ ਦੇ ਪੈਸਿਆਂ ਤੋਂ ਯੋਜਨਾਵਾਂ ਚੱਲਦੀਆਂ ਨੇ। ਸੋ ਕਈ ਵਾਰੀ ਪੋਲੀਟੀਕਲ ਪਾਰਟੀਆਂ ਦੇ ਲੋਕ ਇਹ ਕਹਿਣ ਲੱਗ ਜਾਂਦੇ ਨੇ ਵੀ ਜਿਵੇਂ ਬਾਦਲ ਸਾਹਿਬ ਨੇ ਇਕੱਲੇ ਕੀਤਾ ਸੀ ਜੀ ਬਿਜਲੀ ਦਾ ਬਿੱਲ ਮਾਫ ਤੇ ਸਕੀਮ। ਆ ਪਿੱਛੇ ਜੇ ਬੜੇ ਇਸ਼ਤਿਹਾਰ ਵੀ ਲਾਏ ਸੀ ਅਕਾਲੀ ਦਲ ਨੇ ਕਿ ਬਾਦਲ ਸਾਹਿਬ ਦੇ ਰਾਜ 'ਚੋਂ ਇੱਕ ਸਕੀਮ 'ਚ ਇਲਾਜ ਲਈ ਮਿਲਦੇ ਹੁੰਦੇ ਸੀ ਪੈਸੇ, ਉਹ ਵੀ ਸੂਬੇ ਤੇ ਕੇਂਦਰ ਦੀ ਯੋਜਨਾ ਹੁੰਦੀ ਹੈ ਮਿਲ ਕੇ। ਹੁਣ ਆ ਜਿਹੜੀ ਮੋਦੀ ਸਾਹਿਬ ਦੇ ਇਲਾਜ ਵਾਲੀ ਯੋਜਨਾ ਹੈ, ਉਹ 'ਚ ਵੀ ਕੇਂਦਰ ਤੇ ਸੂਬੇ ਮਿਲ ਕੇ ਹੀ ਕੰਮ ਕਰ ਰਹੇ ਨੇ। ਮੁਲਕ ਦੀ ਕੋਈ ਇਹੋ ਜਿਹੀ ਯੋਜਨਾ ਨਹੀਂ ਜਿਹਦੇ 'ਚ ਸੂਬੇ ਦਾ ਪੈਸਾ ਨਾ ਲੱਗਦਾ ਹੋਵੇ, ਸੂਬੇ ਦਾ ਪੈਸਾ ਮਤਲਬ ਆਮ ਲੋਕਾਂ ਦਾ ਪੈਸਾ ਨਾ ਲੱਗਦਾ ਹੋਵੇ। ਸੋ ਇਸ ਕਰਕੇ ਪੱਛਮੀ ਬੰਗਾਲ 'ਚ ਬੀਬੀ ਮਮਤਾ ਬਨਰਜੀ ਤੇ ਨਰਿੰਦਰ ਮੋਦੀ ਸਾਹਿਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਬਣੀ। ਹੁਣ ਇੱਕ ਤਾਂ ਕੱਲ ਜਿਹੜੇ ਸਾਡੇ ਆਜ਼ਾਦੀ ਦੇ ਇੱਕ ਮੰਨੇ ਪ੍ਰਮੰਨੇ ਸ਼ਹੀਦ ਸੀ, ਹੈਂ ਜੀ, ਸਾਡੇ ਸੁਭਾਸ਼ ਚੰਦਰ ਬੋਸ ਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹ ਕਲਕੱਤੇ ਨਾਲ ਸੰਬੰਧਿਤ ਸੀ। ਅਸੀਂ ਆਜ਼ਾਦ ਹਿੰਦ ਫੌਜ ਕਿੰਨੀ ਪੜ੍ਹਦੇ ਸੀ ਜੀ, ਹੈ ਗਗਨ ਜੀ, ਕਿ ਉਹਨਾਂ ਨੇ 1939 1940 ਉਸ ਵੇਲੇ ਆਜ਼ਾਦ ਹਿੰਦ ਫੌਜ ਨੇ ਕਿੱਡੇ ਵੱਡੇ ਕੰਮ ਕੀਤੇ। ਸਾਰੇ ਧਰਮਾਂ ਦੇ ਲੋਕ ਆਜ਼ਾਦ ਹਿੰਦ ਫੌਜ 'ਚ ਸੀਗੇ, ਸਿੱਖ ਸੀ, ਹਿੰਦੂ ਸੀ, ਕ੍ਰਿਸਚਨ ਭਾਈ ਸੀ, ਮੁਸਲਿਮ ਭਾਈ ਸੀ, ਸਾਰੇ ਲੋਕ ਸੀਗੇ ਉਹ 'ਚ, ਸਾਡੇ ਸਾਰੇ ਭਾਈਚਾਰਿਆਂ ਦੇ ਲੋਕ ਸੀ, ਤਾਂ ਆਜ਼ਾਦ ਹਿੰਦ ਫੌਜ ਬਣੀ ਸੀ। ਸੋ ਮੁਲਕ ਦੀ ਆਜ਼ਾਦੀ 'ਚ ਸਾਰੇ ਧਰਮਾਂ ਨੇ ਬਰਾਬਰ ਦਾ ਯੋਗਦਾਨ ਪਾਇਆ, ਹਰ ਧਰਮ ਦੇ ਸ਼ਹੀਦ ਹੋਏ। ਜੇ ਕਲਕੱਤੇ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਸੀ, ਸਾਡੇ ਭਗਤ ਸਿੰਘ ਸੀ, ਊਧਮ ਸਿੰਘ ਸੀ, ਇਸੇ ਤਰ੍ਹਾਂ ਹੋਰ ਬੜੇ ਸ਼ਹੀਦ ਸੀ, ਕਿਹਦਾ ਨਾਮ ਲਈਏ ਜੀ, ਹੈ ਜੀ। ਸੋ ਇਸ ਕਰਕੇ ਬੜੀ ਤਰ੍ਹਾਂ ਦੇ ਸ਼ਹੀਦ ਹੋਏ ਨੇ। ਇੱਕ ਅਬਦੁਲ ਹਮੀਦ ਬੜੇ ਪ੍ਰਸਿੱਧ ਅਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ, ਹੈ ਜੀ, ਯਾਦ ਹੈ ਨਾਮ ਜੀ। ਸੋ ਇਸ ਕਰਕੇ ਸਾਰੇ ਸ਼ਹੀਦਾਂ ਦੇ ਨਾਮ ਜ਼ਰੂਰ ਯਾਦ ਰੱਖਣੇ ਚਾਹੀਦੇ ਔਰ ਸਮੇਂ-ਸਮੇਂ ਤੇ ਉਹਨਾਂ ਦਾ ਇਤਿਹਾਸ ਵੀ ਪੜ੍ਹਨਾ ਚਾਹੀਦਾ। ਹੁਣ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਕੱਲ ਜਨਮ ਦਿਨ ਸੀ ਤੇ ਕੱਲ ਉਸ ਸਮਾਗਮ 'ਚ ਮੋਦੀ ਸਾਹਿਬ ਉੱਥੇ ਗਏ ਸੀ, ਮਮਤਾ ਬਨਰਜੀ ਵੀ ਉੱਥੇ ਆਈ ਸੀ। ਕਹਿੰਦੇ ਬੀਬੀ ਮਮਤਾ ਬਨਰਜੀ ਨਾਰਾਜ਼ ਹੋ ਗਈ, ਇੰਜ ਲੱਗਿਆ ਕਿ ਉਹ ਸਮਾਗਮ ਸਰਕਾਰੀ ਨਹੀਂ, ਉਹ ਬੀਜੇਪੀ ਦਾ, ਮਮਤਾ ਬਨਰਜੀ ਉਹਨਾਂ ਨੂੰ, ਪਰ ਉਹਨਾਂ ਨੇ ਕੋਈ ਰੋਹ ਗੁੱਸਾ ਨਹੀਂ ਪ੍ਰਗਟ ਕੀਤਾ, ਉਹ ਬੀਬੀ ਸ਼ਾਂਤ ਰਹੀ। ਚਲੋ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆਏ ਸੀ, ਮੁਲਕ ਦੇ ਪ੍ਰਧਾਨ ਮੰਤਰੀ ਨੇ, ਇੱਕ ਮੁੱਖ ਮੰਤਰੀ ਨੂੰ ਉਹਨਾਂ ਨੂੰ ਇੱਜ਼ਤ ਦੇਣੀ ਵੀ ਬਣਦੀ ਹੈ। ਪਰ ਕਿਸਾਨਾਂ ਨੇ ਦੇਖੋ ਉੱਥੇ ਕਾਲੀਆਂ ਝੰਡੀਆਂ ਵੀ ਦਿਖਾਤੀਆਂ, ਡੈਮੋਕ੍ਰੇਸੀ 'ਚ ਹੱਕ ਹੈ ਹਰ ਕਿਸੇ ਦਾ। ਆ ਪੰਜਾਬ 'ਚ ਆਮ ਹੀ ਦਿਖਾ ਦਿੰਦੇ ਸੀ ਕਾਲੀਆਂ ਝੰਡੀਆਂ, ਮੈਨੂੰ ਲੱਗਦਾ ਸਭ ਤੋਂ ਵੱਧ ਕਾਲੀਆਂ ਝੰਡੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿਖਾਈਆਂ ਹੋਣੀਆਂ ਜੀ। ਔਰ ਪ੍ਰਕਾਸ਼ ਸਿੰਘ ਬਾਦਲ ਕਿੱਡੀ ਇੱਜ਼ਤ ਨਾਲ ਕਾਲੀ ਝੰਡੀ ਦੇਖ ਲੈਂਦੇ ਸੀ, ਮਤਲਬ ਉਹ ਕਿਸਾਨਾਂ ਦੇ ਉਸ ਵਿਰੋਧ ਦਾ ਵੀ ਆਦਰ ਕਰਦੇ ਸੀ ਔਰ ਮਿਲ ਵੀ ਲੈਂਦੇ ਸੀਗੇ ਕਿਸਾਨਾਂ ਨੂੰ ਜਾ ਕੇ ਪ੍ਰਕਾਸ਼ ਸਿੰਘ ਬਾਦਲ। ਇਸੇ ਤਰ੍ਹਾਂ ਅਟਲ ਬਿਹਾਰੀ ਵਾਜਪਾਈ ਹੈ, ਉਹ ਵੀ ਅਗਰ ਕੋਈ ਵਿਰੋਧ ਕਰਦਾ ਸੀ ਤੇ ਉਹਨੂੰ ਇੱਜ਼ਤ ਮਾਨ ਦੇ ਦਿੰਦੇ ਸੀ। ਪੁਰਾਣੇ ਲੀਡਰ ਸੀ ਨਾ ਜਿਹੜੇ, ਲਾਲ ਬਹਾਦਰ ਸ਼ਾਸਤਰੀ ਹੋ ਗਏ, ਇਹ ਲੀਡਰ ਅਗਰ ਕੋਈ ਵਿਰੋਧ ਕਰਦਾ ਸੀ ਤੇ ਉਹਨੂੰ ਸਵੀਕਾਰ ਕਰ ਲੈਂਦੇ ਸੀ ਜਾ ਕੇ। ਸੋ ਹੁਣ ਕਿਸਾਨਾਂ ਨੇ ਮੋਦੀ ਸਾਹਿਬ ਨੂੰ ਵੀ ਕਾਲੀਆਂ ਝੰਡੀਆਂ ਦਿਖਾਈਆਂ, ਕਿਸਾਨਾਂ ਦੀ ਉੱਥੇ ਵੀ ਪੱਛਮੀ ਬੰਗਾਲ 'ਚ ਵੀ ਮੰਗ ਸੀ ਵੀ ਮੋਦੀ ਸਾਹਿਬ ਇਹ ਕਾਨੂੰਨ ਜਿਹੜੇ ਨੇ ਰੱਦ ਕਰ ਦਿਓ। ਹੁਣ ਮੋਦੀ ਸਾਹਿਬ ਦੀ ਸਰਕਾਰ ਤਾਂ ਕਹਿ ਚੁੱਕੀ ਆ ਵੀ ਅਸੀਂ ਤਾਂ ਪਹਿਲਾਂ ਹੀ ਜਿਹੜਾ ਵੱਧ ਤੋਂ ਵੱਧ ਅਸੀਂ ਦੇ ਸਕਦੇ ਸੀਗੇ, ਜਿਹੜਾ ਅਸੀਂ ਤੁਹਾਨੂੰ ਪ੍ਰਸਤਾਵ ਅਸੀਂ ਤਾਂ ਦੇ ਚੁੱਕੇ ਹਾਂ। ਸੋ ਇਹ ਉਹਨਾਂ ਦੀ ਆਪਣੀ ਜਿਹੜੀ ਹੈਗੀ ਹੈ ਪਾਰਟੀ ਦਾ ਫੈਸਲਾ ਸੀਗਾ, ਸਰਕਾਰ ਦਾ, ਮੰਤਰੀਆਂ ਦਾ ਫੈਸਲਾ ਸੀ। ਬਾਕੀ ਠੀਕ ਹੈ, ਪੱਛਮੀ ਬੰਗਾਲ 'ਚ ਵੀ ਕਿਸਾਨਾਂ ਨੇ ਵਿਰੋਧ ਕੀਤਾ, ਇਹ ਗੱਲ ਤਾਂ ਜ਼ਰੂਰ ਸਾਰਿਆਂ ਨੂੰ ਪਤਾ ਹੀ ਹੈ ਹੁਣ ਗਗਨ, ਕਿ ਸਿਰਫ ਪੰਜਾਬ ਤੇ ਹਰਿਆਣੇ ਦੇ ਕਿਸਾਨ ਨਹੀਂ, ਪੂਰੇ ਮੁਲਕ 'ਚ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਸੋ ਬੜਾ ਚੰਗਾ ਹੋਵੇ ਕਿ ਸਰਕਾਰ ਹੋਰ ਵੱਡਾ ਜਿਗਰਾ ਦਿਖਾ ਕੇ
ਅਗਰ ਉਹਨਾਂ ਨੇ 1.5 ਸਾਲ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਦਿੱਤਾ ਹੈ ਤੇ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦੇਣ ਵੀ ਜਦ ਤੱਕ ਆਪਾਂ ਨਵੇਂ ਕਾਨੂੰਨ ਨਹੀਂ ਬਣਾ ਲੈਂਦੇ, ਇਹ ਵੀ ਇੱਕ ਫਾਰਮੂਲਾ ਨਿਕਲ ਸਕਦਾ ਹੈ। ਤੇ ਇੱਕ ਡੱਲਾ ਜੀ ਇਸੇ ਤਰ੍ਹਾਂ ਦਾ ਵਿਰੋਧ ਭਾਜਪਾ ਆਗੂ ਦਾ ਪੰਜਾਬ ਦੇ ਵਿੱਚ ਵੀ ਹੋਇਆ, ਜਿੱਥੇ ਬਠਿੰਡੇ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਨੇ ਮਨੋਰੰਜਨ ਕਾਲੀਆ, ਉਹਨਾਂ ਦਾ ਕਿਸਾਨਾਂ ਨੇ ਬੜਾ ਜ਼ਬਰਦਸਤ ਕਹਿੰਦੇ ਵਿਰੋਧ ਕੀਤਾ। ਦੇਖੋ ਚੋਣਾਂ ਨੂੰ ਲੈ ਕੇ ਇੱਕ ਮੀਟਿੰਗ ਸੀਗੀ ਭਾਰਤੀ ਜਨਤਾ ਪਾਰਟੀ ਦੀ, ਉੱਥੇ ਮਨੋਰੰਜਨ ਕਾਲੀਆ ਜੀ ਗਏ ਸੀ। ਸੋ ਉੱਥੇ ਕਿਸਾਨਾਂ ਨੂੰ ਭਿਣਕ ਪੈ ਗਈ, ਕਿਸਾਨ ਵਿਰੋਧ ਕਰਨ ਪਹੁੰਚੇ, ਹਾਲਾਂਕਿ ਪੁਲਿਸ ਉੱਥੇ ਮੌਜੂਦ ਸੀ। ਮਾੜਾ ਮੋਟਾ ਉੱਥੇ ਪਤਾ ਲੱਗਿਆ ਕਿ ਬਹਿਸ ਵੀ ਹੋਈ ਹੈ ਆਪਸ 'ਚ ਪੁਲਿਸ ਦੀ ਔਰ ਕਿਸਾਨ ਆਗੂਆਂ ਦੀ, ਪਰ ਇਹ ਜਿਹੜਾ ਮਾਹੌਲ ਹੈ ਅਜਿਹਾ ਨਹੀਂ ਬਣਨਾ ਚਾਹੀਦਾ ਗਗਨ ਕਿਤੇ ਵੀ। ਸੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਦੇਖੋ ਪੰਜਾਬ 'ਚ ਸਰਕਾਰ ਨੇ ਚੋਣਾਂ ਦਾ ਐਲਾਨ ਕਰਤਾ, ਸੋ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਤੇ ਪੋਲੀਟੀਕਲ ਪਾਰਟੀਆਂ ਦੇ ਲੋਕ ਚੋਣਾਂ ਦੀ ਤਿਆਰੀ ਵੀ ਕਰਨਗੇ। ਪਰ ਮੈਨੂੰ ਇਹ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਅਗਰ ਚੋਣ ਮੀਟਿੰਗਾਂ ਤੋਂ ਕੁਝ ਦਿਨ ਪਰਹੇਜ਼ ਕਰ ਲਿਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈ ਪੋਲੀਟੀਕਲ ਪਾਰਟੀਆਂ ਨੂੰ। ਸੋ ਆਪ ਹੀ ਪਰਹੇਜ਼ ਕਰ ਲੈਣਾ ਚਾਹੀਦਾ। ਦੇਖੋ ਪੰਜਾਬ 'ਚ ਕਿੰਨੇ ਕਿਸਾਨ ਸਾਡੇ ਸ਼ਹੀਦ ਹੋ ਗਏ, ਘਰਾਂ 'ਚ ਸੋਗ ਨੇ, ਪਿੰਡਾਂ 'ਚ ਸ਼ਹਿਰਾਂ 'ਚ, ਹੈ ਜੀ ਬਿਲਕੁਲ। ਸੋ ਜਿਨ੍ਹਾਂ ਘਰਾਂ 'ਚ ਸੋਗ ਪਏ ਨੇ, ਸੋ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ, ਭਾਵੇਂ ਉਹਨਾਂ ਦੀ ਕੋਈ ਵੀ ਰਾਏ ਹੋਵੇ ਕਿਸਾਨ ਕਾਨੂੰਨਾਂ ਤੇ, ਭਾਵੇਂ ਬੀਜੇਪੀ ਵਾਲੇ ਆ, ਘੱਟੋ ਘੱਟ ਜਿਹੜੇ ਸ਼ਹੀਦ ਹੋਏ ਇੰਨੇ ਕਿਸਾਨ, ਉਹਨਾਂ ਦੇ ਪਰਿਵਾਰਾਂ ਦੇ ਸੋਗ 'ਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ ਉਹਨਾਂ ਨੂੰ। ਪੰਜਾਬ ਦਾ ਇਹ ਵਿਰਸਾ ਹੈ, ਸਾਡਾ ਸੱਭਿਆਚਾਰ ਤੇ ਸਾਡਾ ਫਰਜ਼ ਹੈ। ਸੋ ਬੀਜੇਪੀ ਵਾਲੇ ਵੀ ਸਾਡੇ ਆਪਣੇ ਹੀ ਨੇ, ਪੰਜਾਬ ਵਾਲੇ ਕੋਈ ਬਗਾਨੇ ਨਹੀਂ। ਡੈਮੋਕ੍ਰੇਸੀ 'ਚ ਮਤਭੇਦ ਹੋ ਸਕਦੇ ਨੇ ਪਰ ਮਨਭੇਦ ਨਹੀਂ ਹੋ ਸਕਦੇ। ਸੋ ਮਨਾਂ ਤੋਂ, ਦਿਲਾਂ ਤੋਂ ਅਸੀਂ ਇੱਕ ਦੂਜੇ ਦੇ ਨਾਲ ਵੱਖਰੇ ਨਹੀਂ ਹੋਣਾ, ਦਿਲਾਂ ਤੋਂ, ਸੱਭਿਆਚਾਰ ਤੋਂ ਅਸੀਂ ਜੁੜੇ ਹੀ ਰਹਿਣਾ ਸਾਰਿਆਂ ਨੇ। ਸੋ ਅਗਰ ਅਜਿਹੇ ਵਿਰੋਧ ਨਾ ਹੋਣ ਤੇ ਬੜੀ ਚੰਗੀ ਗੱਲ ਹੈ। ਹੁਣ ਤੁਸੀਂ ਦੇਖੋ ਦਿੱਲੀ ਪੁਲਿਸ ਨੇ ਵੀ ਤਾਂ ਮਨ ਜੋੜ ਲਿਆ ਨਾ ਕਿਸਾਨਾਂ ਨਾਲ। ਹੁਣ ਆ ਕਿਸਾਨਾਂ ਦੀ ਗੱਲ ਵੀ ਸੁਣਾ ਦਿਓ ਗਗਨ ਜੀ, ਆ ਗਈਆਂ, ਪ੍ਰੈਸ ਕਾਨਫਰੰਸ ਵੀ ਕਰਤੀ ਕਿਸਾਨਾਂ ਨੇ ਕਿ ਦਿੱਲੀ ਦੇ ਸਾਰੇ ਐਂਟਰੀ ਪੁਆਇੰਟ ਖੁੱਲਣਗੇ। ਸੋ ਪੁਲਿਸ ਹੁਣ ਕਿਸਾਨਾਂ ਦੇ ਇਸ ਟਰੈਕਟਰ ਗਣਤੰਤਰ ਦਿਵਸ ਦੇ ਟਰੈਕਟਰ ਪਰੇਡ 'ਚ ਅੜਿੱਕਾ ਨਹੀਂ ਪਾਊਗੀ, ਕਿਤੇ ਬੈਰੀਕੇਡ ਨਹੀਂ ਲੱਗੂਗਾ, ਔਰ ਕਿਸਾਨ ਇੱਜ਼ਤ ਨਾਲ, ਸ਼ਾਨੋ ਸ਼ੌਕਤ ਦੇ ਨਾਲ ਗਣਤੰਤਰ ਦਿਹਾੜਾ ਮਨਾ ਸਕਣਗੇ। ਸਰਕਾਰ ਆਪਣਾ ਸਮਾਗਮ ਮਨਾਊਗੀ, ਕਿਸਾਨ ਤੇ ਆਮ ਲੋਕ ਆਪਣਾ ਸਮਾਗਮ ਮਨਾਉਣਗੇ। ਦੇਖੋ ਗਣਤੰਤਰ ਦਿਵਸ ਤੇ ਵੀ ਇਕੱਲਾ ਇੱਕੋ ਸਮਾਗਮ ਨਹੀਂ ਹੁੰਦਾ। ਸਾਡੇ ਸਕੂਲ 'ਚ ਵੀ ਗਣਤੰਤਰ ਦਿਵਸ ਤੇ ਮਹਿਮਾਨ ਆਉਂਦੇ ਹੁੰਦੇ ਸੀ, ਮੁੱਖ ਮਹਿਮਾਨ ਝੰਡਾ ਲਹਿਰਾ ਕੇ ਜਾਂਦੇ ਸੀ। ਅਸੀਂ ਫਿਰ ਪਰੇਡ ਪਰੂਡ, ਅਸੀਂ ਤਾਂ ਬੜਾ ਜਿਹੜੀ ਬੈਂਡ ਟੀਮ ਬਣਦੀ ਹੈ ਨਾ ਗਗਨ, ਸਕੂਲ 'ਚ ਮੈਂ ਵੀ ਸੀਗਾ ਉਹ 'ਚ, ਅਸੀਂ ਕਦੀ ਛੈਣੇ ਵਜਾਉਣੇ, ਕਦੀ ਬੈਂਡ ਵਜਾਉਣੇ, ਹੈ ਜੀ, ਕਦੀ ਉਹ ਬਾਜਾ ਵਜਾਉਣਾ, ਉਤਸ਼ਾਹ ਬੜਾ ਹੁੰਦਾ ਸੀ ਵੀ ਗਣਤੰਤਰ ਦਿਵਸ ਵਾਲੇ ਦਿਨ ਅਸੀਂ ਪਰੇਡ 'ਚ ਸਕੂਲ ਦੇ ਵਿੱਚ ਸਵੇਰੇ ਬੈਂਡ ਅਸੀਂ ਵਜਾਵਾਂਗੇ। ਸੋ ਇਸ ਕਰਕੇ ਥਾਂ ਥਾਂ 'ਤੇ ਸਮਾਗਮ ਮਨਾਏ ਜਾਂਦੇ ਨੇ। ਜੇ ਕਿਸਾਨ ਟਰੈਕਟਰ ਪਰੇਡ ਕੱਢ ਰਹੇ ਨੇ, ਸਾਡੇ ਲਈ ਮਾਣ ਵਾਲੀ ਗੱਲ ਹੈ। ਸੋ ਦੁਨੀਆ ਭਰ ਦੇ ਟਰੈਕਟਰਾਂ ਦੇ ਮਾਡਲਾਂ ਦਾ ਪਤਾ ਲੱਗੂਗਾ, ਕਿੰਨੀ ਤਰ੍ਹਾਂ ਦੇ ਟਰੈਕਟਰ ਨੇ, ਦਿੱਲੀ ਦੇ ਲੋਕ, ਆਮ ਲੋਕ ਵੀ ਦੇਖਣਗੇ, ਹੈ ਜੀ। ਖੁੱਲੀ ਅੱਖ ਨਾਲ ਕਿਸੇ ਨੇ ਸੜਕਾਂ 'ਤੇ ਇੰਨੇ ਟਰੈਕਟਰ ਦੇਖੇ ਨਹੀਂ ਹੋਣੇ। ਬਿਲਕੁਲ। ਸੋ ਗਣਤੰਤਰ ਦਿਹਾੜਾ ਸੁਖੀ ਸਾਂਦੀ ਹੋਊਗਾ। ਜਾਂਦੇ ਜਾਂਦੇ ਕਿਸਾਨਾਂ ਦੀ ਗੱਲ ਜ਼ਰੂਰ ਸੁਣਾ ਦਿਓ। आज मैं आपके सामने बताना चाह रहा हूं कि 5 राउंड बात के बाद ये सारी बातें कबूल हो गई हैं। 26 तारीख को गणतंत्र दिवस पे गण की प्रतिष्ठा बनाने के लिए, क्योंकि तंत्र था जो गण के ऊपर बैठ गया था, गण की प्रतिष्ठा को बनाने के लिए किसान गणतंत्र दिवस परेड करेगा इस देश में पहली बार। सारे के सारे बैरिकेड खुलेंगे, हम दिल्ली के अंदर जाएंगे, मार्च करेंगे। रूट के बारे में मोटे तौर पे सहमति बन गई है। मैं तो आपके माध्यम से एक संदेश देना चाहूँगा कि जितने भी हमारे किसान भाई परेड में आएंगे वो सभी शांति बनाए रखें और अनुशासन में रहें, एक दूसरे के आगे ना भगाएं, और जैसे पूरी कमेटी जो दिशा निर्देश दे उनको माने, अनुशासन बनाए रखें। और ये देश के इतिहास में नहीं, दुनिया के इतिहास में पहली ऐसी परेड होगी, और हम ये दावे से कहते हैं कि ये परेड दुनिया के सिलेबस का हिस्सा बनेगी। इस आंदोलन पर भी रिसर्च होगी, इस पर भी लिखा जाएगा। ये बहुत बड़ी परेड होगी, और ये हम सोचते हैं कि एक कदम हमने जीत की ओर बढ़ा लिया है, बहुत बड़ा कदम बढ़ा लिया है। ਦਿੱਲੀ के भीतर परेड होगी। ਕਿਸਾਨ ਆਗੂਆਂ ਦੀ ਗੱਲਬਾਤ ਵੀ ਤੁਸੀਂ ਸੁਣੀ ਕਿਸਾਨ ਪਰੇਡ ਨੂੰ ਲੈ ਕੇ। ਇੱਕ ਜਾਂਦੇ ਜਾਂਦੇ ਅਪੀਲ ਜ਼ਰੂਰ ਉਹਨਾਂ ਸਾਰੇ ਯੋਧਿਆਂ ਨੂੰ ਕਰਾਂਗੇ ਜੋ ਲਗਾਤਾਰ ਇਸ ਪਰੇਡ ਦੇ ਲਈ ਅੱਗੇ ਵਧ ਰਹੇ ਨੇ, ਜਿਨ੍ਹਾਂ ਨੇ ਆਪਣੇ ਟਰੈਕਟਰਾਂ ਦੇ ਉੱਤੇ ਤਿਰੰਗੇ ਝੰਡੇ, ਦੇਸ਼ ਦੇ ਝੰਡੇ ਲਾਏ ਹੋਏ ਨੇ। ਉਹਨਾਂ ਝੰਡਿਆਂ ਦਾ ਮਾਨ ਸਨਮਾਨ ਬਰਕਰਾਰ ਰੱਖਣਾ ਆਪਣੇ ਸਭ ਦੇ ਹੱਥ ਦੇ ਵਿੱਚ ਹੈ। ਤੇ ਜਦੋਂ ਤੁਸੀਂ ਝੰਡੇ ਕਿਸੇ ਨੇ ਵੀ ਟਰੈਕਟਰਾਂ ਦੇ ਉੱਤੇ ਲਾਏ ਨੇ ਜਾਂ ਹੱਥਾਂ ਦੇ ਵਿੱਚ ਫੜੇ ਨੇ ਤਾਂ ਉਸ ਦੇ ਮਾਨ ਸਤਿਕਾਰ ਦਾ ਪੂਰਾ ਧਿਆਨ ਰੱਖਿਓ, ਤਾਂ ਜੋ ਕਿਸੇ ਕਿਸਮ ਦੀ ਵੀਡੀਓ ਉਸ ਮੀਡੀਆ ਦੇ ਹੱਥ ਦੇ ਵਿੱਚ ਨਾ ਲੱਗ ਜਾਵੇ, ਤਾਂ ਜੋ ਤੁਹਾਡੇ ਲਈ ਕੋਈ ਨੈਗੇਟਿਵ
ਖਬਰ ਜਿਹੜੀ ਦੁਬਾਰਾ ਨਿਕਲ ਕੇ ਉੱਪਰ ਆਵੇ। ਇਸ ਕਰਕੇ ਝੰਡੇ ਦਾ ਮਾਨ ਸਨਮਾਨ ਆਪਾਂ ਸਭ ਨੂੰ ਬਰਕਰਾਰ ਰੱਖ ਕੇ ਜਿਹੜੀ 26 ਜਨਵਰੀ ਦੀ ਪਰੇਡ ਨੂੰ ਅੱਗੇ ਵਧਾਉਣਾ ਚਾਹੀਦਾ। ਸੁਡੱਲਾ ਜੀ ਇਜਾਜ਼ਤ ਲਵਾਂਗੇ ਹੁਣ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਬਹੁਤ ਧੰਨਵਾਦ।